ਤੁਸੀਂ ਜਾਣਦੇ ਹੋ ਕਿ ਅਸੀਂ ਅੱਜ ਡਾਕਟਰ ਬਲਦੇਵ ਸਿੰਘ ਧਾਲੀਵਾਲ ਤੇ ਉਹਨਾਂ ਦੀ ਵਿਦਿਆਰਥੀ ਡਾਕਟਰ ਸੁਖਪ੍ਰੀਤ ਕੌਰ ਦੋਹਾਂ ਦੇ ਸਾਂਝੇ ਯਤਨ ਨਾਲ ਜਿਹੜੀ ਕਿਤਾਬ ਸੰਪਾਦਿਤ ਕੀਤੀ ਗਈ ਹੈ ਬਹੁ ਸੱਭਿਆਚਾਰਵਾਦ ਅਤੇ ਪੰਜਾਬੀ ਸਾਹਿਤ, ਉਸ ਨੂੰ ਰਿਲੀਜ਼ ਕਰਨ ਲਈ, ਲੋਕ ਅਰਪਿਤ ਕਰਨ ਲਈ ਇਕੱਠੇ ਹੋਏ ਹਾਂ। ਤੁਸੀਂ ਟਾਈਟਲ ਤੋਂ ਅੰਦਾਜ਼ਾ ਲਾ ਲਿਆ ਹੋਊਗਾ ਕਿ ਇੱਕ ਨਵੇਂ ਜ਼ਾਵੀਏ ਦੀ, ਇੱਕ ਨਵੀਂ ਅਧਿਐਨ ਵਿਧੀ ਨਾਲ ਜੁੜੀ ਹੋਈ ਕਿਤਾਬ ਹੈ। ਡਾਕਟਰ ਸੁਖਪ੍ਰੀਤ ਕੌਰ ਹੋਰਾਂ ਨੇ ਪਿਛਲੇ ਸਮੇਂ ਹੀ ਬਹੁਤ ਸੱਭਿਆਚਾਰਵਾਦ ਦੇ ਸੰਕਲਪ ਨੂੰ ਲੈ ਕੇ ਪ੍ਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਸੀ। ਉਸ ਸਮੇਂ ਉਸਨੇ ਇਸ ਸਿਧਾਂਤ ਨੂੰ ਚੰਗੇ ਤਰੀਕੇ ਨਾਲ ਫਰੋਲਿਆ, ਇਸ ਦੀਆਂ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਨਾਲ ਸੰਵਾਦ ਰਚਾਇਆ ਅਤੇ ਇਹ ਪਹਿਲੀ PhD ਹੈ, ਪਹਿਲਾ ਖੋਜ ਕਾਰਜ ਸੀ ਜਿਹੜਾ ਬਹੁਤ ਸੱਭਿਆਚਾਰਵਾਦ ਦੇ ਸੰਦਰਭ ਦੇ ਵਿੱਚ ਪੰਜਾਬੀ ਦੇ ਵਿੱਚ ਸੰਪੰਨ ਹੋਇਆ। ਡਾਕਟਰ ਬਲਦੇਵ ਸਿੰਘ ਧਾਲੀਵਾਲ ਖੁਦ ਵੀ ਉਹਨਾਂ ਦਿਨਾਂ ਦੇ ਵਿੱਚ ਨਾਲ ਇਸ ਸੰਕਲਪ ਦੇ ਬਾਰੇ ਪੜ੍ਹਦੇ ਰਹੇ ਅਤੇ ਫਿਰ ਉਤਸੁਕਤਾ ਇਹ ਪੈਦਾ ਹੋਈ ਕਿ ਕਿਉਂ ਪ੍ਰਵਾਸੀ ਪੰਜਾਬੀ ਸਾਹਿਤ ਤੱਕ ਹੀ ਸੀਮਿਤ ਰਿਹਾ ਜਾਵੇ, ਕਿਉਂ ਨਾ ਇਸ ਸੰਕਲਪ ਨੂੰ ਲੈ ਕੇ ਪੰਜਾਬੀ ਸਾਹਿਤ ਦਾ ਵਿਵੇਚਨ ਅਤੇ ਵਿਸ਼ਲੇਸ਼ਣ ਕੀਤਾ ਜਾਵੇ। ਅਕਸਰ ਅਸੀਂ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਅਸੀਂ ਵੰਨ ਸਵੰਨਤਾ ਵਾਲਾ ਸੱਭਿਆਚਾਰ ਵੀ ਕਹਿੰਦੇ ਹਾਂ ਅਤੇ ਇਸ ਨੂੰ ਸਾਡਾ TR ਵਿਨੋਦ ਹੋਣੀ ਇਸ ਨੂੰ ਸੰਯੁਕਤ ਸੱਭਿਆਚਾਰ ਵੀ ਕਹਿੰਦੇ ਨੇ, ਜਿਸ ਦੇ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ, ਵੱਖ-ਵੱਖ ਇਤਿਹਾਸਕ ਪਿਛੋਕੜਾਂ ਤੋਂ ਆਏ ਹੋਏ ਜਿਹੜੇ ਲੋਕ ਨੇ, ਨਸਲਾਂ ਨੇ, ਸੱਭਿਆਚਾਰਾਂ ਨਾਲ ਜੁੜੇ ਹੋਏ ਲੋਕ ਨੇ, ਉਹ ਪੰਜਾਬ ਦੇ ਵਿੱਚ ਆ ਕੇ ਵਸੇ, ਸਥਾਈ ਤੌਰ 'ਤੇ ਰਹੇ ਅਤੇ ਇਸ ਕਰਕੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮਿਸ਼ਰਤ ਜਾਂ ਸੰਯੁਕਤ ਸੱਭਿਆਚਾਰ ਹੋਣ ਦੇ ਵਿੱਚ ਆਇਆ, ਭਾਵੇਂ ਕਿ ਮਿਸ਼ਰਤ ਅਤੇ ਸੰਯੁਕਤ ਕਹਿਣ ਦੇ ਵਿੱਚ ਵੀ ਆਪਣੇ ਆਪ ਦੇ ਵਿੱਚ ਇੱਕ ਸਿਧਾਂਤਕ ਡਿਬੇਟ ਮੌਜੂਦ ਹੈ। ਇਹ ਵੀ ਕਿ ਪੰਜਾਬ ਦੇ ਲੋਕ ਵੱਖ-ਵੱਖ ਧਰਮਾਂ ਨੂੰ ਫੋਲੋ ਕਰਦੇ ਨੇ, ਵੱਖ-ਵੱਖ ਧਰਮਾਂ ਨੂੰ ਮੰਨਦੇ ਨੇ ਅਤੇ ਧਰਮਾਂ ਦੇ ਅੰਦਰ ਵੀ ਫਿਰ ਵੰਨ ਸਵੰਨਤਾਵਾਂ ਨੇ। ਹਰ ਧਰਮ ਦੇ ਅੰਦਰ ਹੀ ਵੱਖ-ਵੱਖ ਸੈਕਟ, ਵੱਖ-ਵੱਖ ਸੰਪਰਦਾਵਾਂ ਮੌਜੂਦ ਨੇ। ਤਾਂ ਇਹ ਵੰਨ ਸਵੰਨਤਾਵਾਂ ਨਾਲ ਭਰਿਆ ਹੋਇਆ ਖਿੱਤਾ ਹੈ ਪੰਜਾਬ ਆਪਣੇ ਆਪ ਦੇ ਵਿੱਚ। ਭਾਰਤ ਬਾਰੇ ਵੀ ਇਹ ਗੱਲ ਥੋੜ੍ਹੇ ਜਿਹੇ ਫਰਕ ਨਾਲ ਕਹੀ ਜਾ ਸਕਦੀ ਆ ਕਿ ਭਾਰਤ ਵੀ ਵੰਨ ਸਵੰਨਤਾਵਾਂ ਦਾ ਨਾਮ ਹੈ ਅਤੇ ਵਿਸ਼ੇਸ਼ ਕਰਕੇ ਅੱਜ ਦੇ ਦੌਰ ਦੇ ਵਿੱਚ ਜਦੋਂ ਵੰਨ ਸਵੰਨਤਾਵਾਂ ਨੂੰ ਖਤਰਾ ਹੈ, ਭਾਰਤ ਦੇ ਵਿੱਚ ਵੀ ਖਤਰਾ ਹੈ, ਦੁਨੀਆ ਦੇ ਵਿੱਚ ਵੀ ਵੰਨ ਸਵੰਨਤਾਵਾਂ ਨੂੰ ਖਤਰਾ ਹੈ, ਤਾਂ ਉਸ ਦੌਰ ਦੇ ਵਿੱਚ ਇਸ ਸੰਕਲਪ ਦਾ ਮਹੱਤਵ ਜਿਹੜਾ ਵੱਧ ਜਾਂਦਾ। ਭਾਵੇਂ ਕਿ ਇਹ ਜਿਹੜਾ ਸੰਕਲਪ ਹੈ ਵਰਤਿਆ ਤਾਂ ਉਹਨਾਂ ਮੁਲਕਾਂ ਦੇ ਬਾਰੇ ਪਹਿਲਾਂ ਪਹਿਲ ਗਿਆ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮੁਲਕਾਂ ਤੋਂ ਆ ਕੇ ਲੋਕ ਵਸੇ, ਆਪੋ ਆਪਣੀ ਸੱਭਿਆਚਾਰਕ ਰਾਸ਼ਟਰੀ ਪਛਾਣ ਵੀ ਨਾਲ ਲੈ ਕੇ ਆਏ ਅਤੇ ਉਸ ਰਾਸ਼ਟਰੀ ਪਛਾਣ ਨੂੰ ਨਾਲ ਲੈ ਕੇ ਉੱਥੇ ਇੱਕ ਉਹਨਾਂ ਨੇ ਨਵੇਂ ਸਿਰਿਓਂ ਇੱਕ ਨਵੀਂ ਰਾਸ਼ਟਰੀ ਪਛਾਣ ਨੂੰ ਸਥਾਪਿਤ ਕੀਤਾ ਜਾਂ ਉਸ ਦਾ ਨਿਰਮਾਣ ਕੀਤਾ। ਕੈਨੇਡਾ ਵਰਗੇ ਜਿਹੜੇ ਮੁਲਕ ਨੇ ਉਹਨਾਂ ਨੂੰ ਇਸ ਦਾ ਇੱਕ ਪ੍ਰਤੀਮਾਨ ਮੰਨਿਆ ਜਾਂਦਾ ਰਿਹਾ ਹੈ ਜਾਂ ਮੰਨਿਆ ਜਾਂਦਾ ਹੈ। ਤਾਂ ਉਸ ਸਾਰੇ ਅਨੁਭਵ ਨੂੰ ਲੈ ਕੇ, ਉਸ ਸੰਕਲਪ ਨੂੰ ਲੈ ਕੇ ਫਿਰ ਦੁਨੀਆ ਭਰ ਦੇ ਵਿੱਚ ਬਹੁਤ ਸੱਭਿਆਚਾਰਵਾਦ ਦੇ ਬਾਰੇ ਜਿਹੜਾ ਡਿਬੇਟ ਹੈ ਉਹ ਸ਼ੁਰੂ ਹੋਇਆ। ਸਾਡੇ ਤਾਂ ਇਹ ਵੀ ਹੈ ਕਿ ਜਦੋਂ ਕੋਈ ਸਿਧਾਂਤ ਬਾਹਰੋਂ ਪੈਦਾ ਹੁੰਦਾ ਅਤੇ ਅਸੀਂ ਲਾਜ਼ਮੀ ਤੌਰ 'ਤੇ ਆਪਣੇ ਅਤੀਤ ਦੇ ਵਿੱਚ ਪਹੁੰਚ ਕੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕਰਨੀ ਹੁੰਦੀ ਹੈ ਕਿ ਸਾਡੇ ਤਾਂ ਪਹਿਲਾਂ ਹੀ ਹੈਗਾ ਇਹ। ਤਾਂ ਕੀ ਇਹ ਸੱਚਮੁੱਚ ਹਕੀਕਤ ਹੈ ਜਾਂ ਇਹ ਕਿ ਜਿਹੜਾ ਸਾਡਾ ਬਹੁਤ ਸੱਭਿਆਚਾਰਵਾਦ ਹੈ ਜਾਂ ਬਹੁਤ ਸੱਭਿਆਚਾਰਕ ਸਥਿਤੀ ਹੈ ਉਸ ਦਾ ਕੀ ਮੇਲ ਮਿਲਾਪ ਬਣਦਾ, ਕੀ ਸਮਾਨਤਾ ਬਣਦੀ ਹੈ ਵਿਸ਼ਵ ਦੇ ਵਿੱਚ ਪੈਦਾ ਹੋਈਆਂ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਨਾਲ? ਇਹ ਆਪਣੇ ਆਪ ਦੇ ਵਿੱਚ ਸੰਵਾਦ ਦਾ, ਡਿਬੇਟ ਦਾ, ਬਹਿਸ ਦਾ ਮੁੱਦਾ ਹੈ। ਇਸ ਕਿਤਾਬ ਬਾਰੇ, ਕਿਉਂਕਿ ਇਹ ਡਾਕਟਰ ਬਲਦੇਵ ਸਿੰਘ ਧਾਲੀਵਾਲ ਹੋਰਾਂ ਦੇ ਯਤਨਾਂ ਨਾਲ ਤਿਆਰ ਹੋਈ ਹੈ, ਉਹ ਇਸ ਸੰਕਲਪ ਨੂੰ ਪੰਜਾਬੀ ਦੇ ਵਿੱਚ ਇੰਟਰੋਡਿਊਸ ਕਰਾਉਣ ਵਾਲੇ ਨਿਗਰਾਨ ਦੇ ਰੂਪ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਤੇ ਇਸ ਸੰਕਲਪ ਨੇ ਨਾਲ ਜੂਝੇ ਨੇ ਅਤੇ ਫਿਰ ਇਹਨਾਂ ਨੇ ਇਸ ਕਿਤਾਬ ਦਾ ਜਿਹੜਾ ਸੁਪਨਾ ਹੈ ਜਾਂ ਸੰਕਲਪਨਾ ਬਣਾਈ, ਉਹ ਹੀ ਇਸ ਕਿਤਾਬ ਬਾਰੇ ਬਿਹਤਰ ਆਪਾਂ ਨੂੰ ਦੱਸ ਸਕਦੇ ਹੋਣਗੇ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕੀ ਸ਼ਾਮਿਲ ਕੀਤਾ, ਕੀ ਇਹਨਾਂ ਦਾ ਮੁੱਖ ਤੌਰ 'ਤੇ ਮੁੱਦਾ ਕੀ ਸੀ, ਕੀ ਇਸ ਕਿਤਾਬ ਦੇ ਰਾਹੀਂ ਪੰਜਾਬੀ ਸਾਹਿਤ ਵਿੱਚ ਬਹੁਤ ਸੱਭਿਆਚਾਰਵਾਦ ਦਾ ਅਕਸ ਉਘੜਦਾ। ਉਸ ਬਾਰੇ ਮੈਂ ਡਾਕਟਰ ਬਲਦੇਵ ਸਿੰਘ ਧਾਲੀਵਾਲ ਹੋਰਾਂ ਨੂੰ ਹੀ ਸੱਦਾ ਦਊਂਗਾ ਕਿ ਆਉਣ ਅਤੇ ਇਸ ਕਿਤਾਬ ਦੇ ਨਾਲ ਜਾਣ ਪਛਾਣ ਕਰਾਉਣ। ਜਿਸ ਤਰ੍ਹਾਂ ਡਾਕਟਰ ਸੁਰਜੀਤ ਹੋਰਾਂ ਨੇ ਕਿਹਾ ਕਿ ਇਹ ਜਿਹੜਾ ਸੰਕਲਪ ਖਾਸ ਤੌਰ 'ਤੇ ਬਹੁਤ ਸੱਭਿਆਚਾਰ ਜਾਂ ਬਹੁਤ ਸੱਭਿਆਚਾਰਕ, ਇਹ ਤਾਂ ਸਾਡੇ ਆਮ ਸ਼ਬਦ ਵਰਤੇ ਜਾਂਦੇ ਸੀ, ਸੰਕਲਪ ਦੇ ਤੌਰ 'ਤੇ ਹੀ ਵਰਤੇ ਜਾਂਦੇ ਸੀ ਔਰ ਸਾਡੇ ਕੋਲੇ
ਸੱਭਿਆਚਾਰ ਅਧਿਐਨ ਦੀ ਆਪਦੇ ਤੌਰ 'ਤੇ ਕਲਚਰਲ ਸਟੱਡੀ ਦੀ ਇੱਕ ਆਪਣੇ ਵੀ ਪਰੰਪਰਾ, ਕਾਫੀ ਸਾਰਾ ਕੰਮ ਇਹਦੇ 'ਤੇ ਪਹਿਲਾਂ ਹੋਇਆ ਹੈ। ਪਰ ਜਿਹੜਾ ਇਹ ਸੰਕਲਪ ਹੈ ਬਹੁ ਸੱਭਿਆਚਾਰਵਾਦ, ਇਹ ਬਿਲਕੁਲ ਨਵਾਂ ਹੈ। ਹਾਲਾਂਕਿ ਤੁਸੀਂ ਜਾਣਦੇ ਹੋ ਕਿ ਬਿਲਕੁਲ ਇਸ ਤਰ੍ਹਾਂ ਦਾ ਨਵਾਂਪਣ ਕੁਝ ਨਹੀਂ ਹੁੰਦਾ ਕਿ ਵੀ ਇਹ ਜਿਹੜੀ ਉਹ ਸੱਭਿਆਚਾਰਕ ਅਧਿਐਨ ਕੀਤਾ ਜਾਂਦਾ ਸੀ ਵੀ ਉਹਦੇ ਤੋਂ ਇੱਕ ਬਿਲਕੁਲ ਹੀ ਵੱਖਰੀ ਚੀਜ਼ ਹੋਵੇ, ਇਸ ਤਰ੍ਹਾਂ ਦੀ ਵੀ ਗੱਲ ਨਹੀਂ। ਪਰ ਕਿਉਂਕਿ ਇਹ ਸੰਕਲਪ ਜਿਹੜਾ ਹੈਗਾ ਇਹ ਉੱਤਰ ਆਧੁਨਿਕ ਦੌਰ ਦੇ ਵਿੱਚ ਪੈਦਾ ਹੋਇਆ, ਇਸ ਕਰਕੇ ਇਹਦੇ 'ਚ ਉਹ ਬਹੁਤ ਸਾਰੇ ਲੱਛਣ ਇਸ ਅਧਿਐਨ ਦੇ ਵਿੱਚ ਆ ਗਏ ਕਿ ਜਿਹੜੇ ਉੱਤਰ ਆਧੁਨਿਕਵਾਦ ਨਾਲ ਵੀ ਜੋੜੇ ਜਾਂਦੇ ਹੈਗੇ ਆ, ਉੱਤਰ ਬਸਤੀਵਾਦ ਨਾਲ ਵੀ ਜੋੜੇ ਜਾਂਦੇ ਆ। ਉਹ ਸਾਰੇ ਲੱਛਣ ਵੀ ਇਸ ਸਿਧਾਂਤ ਦੇ ਵਿੱਚ ਸ਼ਾਮਲ ਹੋਏ। ਤਾਂ ਜਦੋਂ ਅਸੀਂ ਇਸ ਸੰਕਲਪ ਦੀ ਗੱਲ ਕਰਦੇ ਹਾਂ ਤਾਂ ਇਹ ਸਾਹਿਤ ਅਧਿਐਨ ਵਿਧੀ ਵਜੋਂ ਅਜੇ ਬਹੁਤ ਵਿਕਸਿਤ ਨਹੀਂ ਹੋਇਆ। ਇਹ ਸੰਕਲਪ ਇਹ ਮੁੱਖ ਤੌਰ 'ਤੇ ਸਮਾਜ ਵਿਗਿਆਨਾਂ ਦਾ, ਖਾਸ ਤੌਰ 'ਤੇ ਰਾਜਨੀਤੀ ਸ਼ਾਸਤਰ ਦਾ ਜਿਹੜਾ ਹੈ ਉਹ ਸੰਕਲਪ ਹੈ, ਉਹਦੇ 'ਚ ਜ਼ਿਆਦਾ ਇਹਦੀ ਵਰਤੋਂ ਹੋਈ ਹੈ। ਅਤੇ ਜਦੋਂ ਅਸੀਂ ਇਹਨੂੰ ਸਾਹਿਤ ਦੇ ਖੇਤਰ ਦੇ ਵਿੱਚ ਜਾਂ ਕਲਾਵਾਂ ਦੇ ਖੇਤਰ ਦੇ ਵਿੱਚ ਇਹਨੂੰ ਇੱਕ ਅਧਿਐਨ ਥਿਊਰੀ ਜਾਂ ਇੱਕ ਸਿਧਾਂਤ ਵਜੋਂ ਵਿਕਸਿਤ ਕਰਨ ਦੀ ਗੱਲ ਚੱਲੀ ਤਾਂ ਉਸ ਸਮੇਂ ਯਾਨੀ ਇਹ ਹੋਇਆ ਕਿ ਅਸੀਂ ਜਿਹੜੀ ਸੱਭਿਆਚਾਰ ਦੀ ਰਾਜਨੀਤੀ ਹੈ ਇਹ ਬੇਸਿਕਲੀ ਉਹਦੇ ਸ਼ਾਸਤਰ ਵਜੋਂ ਤਿਆਰ ਹੋ ਰਿਹਾ। ਉਦਾਹਰਨ ਦੇ ਤੌਰ 'ਤੇ ਜਿਵੇਂ ਤੁਸੀਂ ਉੱਤਰਾਧੁਨਿਕਵਾਦ ਦੇ ਵਿੱਚ ਵੇਖਿਆ ਕਿ ਮੁੱਖ ਤੌਰ 'ਤੇ ਜਿਹੜੀ ਸ਼੍ਰੇਣੀ ਸਮਾਜ ਦੀਆਂ ਗੱਲਾਂ ਪਹਿਲਾਂ ਕੀਤੀਆਂ ਜਾਂਦੀਆਂ ਸੀ ਉਹਦੀ ਥਾਂ 'ਤੇ ਥੋੜ੍ਹਾ ਜਿਹਾ ਉਹਨਾਂ ਦਾ ਰੂਪ ਬਦਲਿਆ ਕਿ ਵੀ ਅਸੀਂ ਸਮਾਲ ਨੈਰੇਟਿਵ, ਗ੍ਰੈਂਡ ਨੈਰੇਟਿਵ ਦੀ ਗੱਲ ਕਰਨ ਲੱਗ ਪਏ। ਉਹ ਕਿਸੇ ਨਾ ਕਿਸੇ ਲੈਵਲ 'ਤੇ ਗੱਲ ਉਹਦੇ ਨਾਲ ਰਲਦੀ ਮਿਲਦੀ ਵੀ ਹੈ ਥੋੜ੍ਹੀ ਜਿਹੀ। ਇਸੇ ਤਰ੍ਹਾਂ ਜਿਹੜੀਆਂ ਗੱਲਾਂ ਜਦੋਂ ਪਛਾਣਾਂ ਦੀ ਗੱਲ ਮੁੱਖ ਤੌਰ 'ਤੇ ਹੋਣ ਲੱਗ ਪਈ ਤਾਂ ਪਛਾਣ ਕਿਉਂਕਿ ਬੰਦੇ ਦੀ ਸੱਭਿਆਚਾਰਕ ਹੀ ਹੁੰਦੀ ਹੈ, ਉਹਦੇ 'ਚ ਬਹੁਤ ਸਾਰਾ ਕੁਛ ਉਹਦਾ ਸ਼ਾਮਲ ਹੁੰਦਾ, ਤਾਂ ਉਹਨਾਂ ਪਛਾਣਾਂ ਦੇ ਆਪਸ ਵਿੱਚ ਸੰਬੰਧ ਕੀ ਨੇ, ਵਿਰੋਧ ਕੀ ਨੇ। ਆਮ ਤੌਰ 'ਤੇ ਤੁਸੀਂ ਪਹਿਲਾਂ ਇੱਕ ਸ਼ਬਦ ਸਹਿਹੋਂਦ ਜਾਂ ਕੋਐਗਜ਼ਿਸਟੈਂਸ ਆਪਾਂ ਆਮ ਵਰਤਦੇ ਰਹੇ ਹਾਂ ਕਿ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਨੇ ਜਿਹੜੇ ਉਹ ਇੱਕ ਸਹਿਹੋਂਦ ਦੇ ਵਿੱਚ ਜਾਂ ਕੋਐਗਜ਼ਿਸਟ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ। ਪਰ ਜੇ ਤੁਸੀਂ ਆਪਣੇ ਨੇੜੇ ਦੇ ਸਮਾਜ ਨੂੰ ਵੀ ਦੇਖੋ ਜਾਂ ਕਿਸੇ ਵੀ ਸਮਾਜ ਨੂੰ ਵੇਖੋ ਤਾਂ ਜਿਹੜਾ ਸਹਿਹੋਂਦ ਦਾ ਸੰਕਲਪ ਹੈ ਨਾ, ਇਹ ਕਿਤੇ ਨਾ ਕਿਤੇ ਇਹ ਹੈਗਾ ਕਿ ਵੀ ਭਾਰੂ ਸੱਭਿਆਚਾਰ ਆਪਣੀ ਮਰਜ਼ੀ ਨਾਲ ਜਿਉਵੇਂ ਅਤੇ ਦੂਜੇ ਉਹਦੇ ਦੇ ਨਾਲ ਸਹਿਹੋਂਦ ਦੇ ਰਿਸ਼ਤੇ ਦੇ ਵਿੱਚ ਬੱਝਣ ਜਾਂ ਉਹਨੂੰ ਬਰਦਾਸ਼ਤ ਕਰਨ। ਤਾਂ ਜਦੋਂ ਇਹ ਜਿਹੜਾ ਸੰਕਲਪ ਹੈ ਬਹੁਤ ਸੱਭਿਆਚਾਰਵਾਦ ਦਾ, ਇਹਦੇ 'ਚ ਜਿਹੜਾ ਹੈ ਉਹ ਸਹਿਹੋਂਦ ਦੇ ਰਿਸ਼ਤੇ ਨਾਲੋਂ ਅੱਗੇ ਦੀ ਥੋੜ੍ਹੀ ਗੱਲ ਹੈਗੀ ਹੈ ਕਿ ਸਾਰੇ ਜਿਹੜੇ ਸਮਾਜਿਕ ਸਮੂਹ ਹੈ, ਸਾਰੇ ਸੱਭਿਆਚਾਰਕ ਸਮੂਹ ਹੈ, ਉਹ ਸਹਿਹੋਂਦ ਦੇ ਰਿਸ਼ਤੇ ਤੋਂ ਅੱਗੇ ਲੰਘ ਕੇ ਬਰਾਬਰੀ ਦੇ ਭਾਵ ਨਾਲ ਜਾਂ ਸਾਰੇ ਆਪਣੇ ਆਪਣੇ ਗੌਰਵ ਨਾਲ ਕਿਵੇਂ ਜਿਉਣ। ਤਾਂ ਇੱਕ ਗੱਲ 'ਤੇ ਬਹੁਤ ਜ਼ੋਰ ਦਿੱਤਾ ਗਿਆ ਆਪਣੇ ਭਾਰਤ ਦੇ ਵਿੱਚ, ਕਿਉਂਕਿ ਗੁਰਪ੍ਰੀਤ ਮਹਾਜਨ ਦਾ ਥੀਸਿਸ ਸੀਗਾ ਇਹ, ਅਤੇ ਉਹਦੇ ਬਹੁਤ ਜ਼ਿਆਦਾ ਉਹਦੇ 'ਤੇ ਗੱਲਬਾਤ ਵੀ ਹੋ ਚੁੱਕੀ ਔਰ ਉਹ ਬਹੁਤ ਪ੍ਰਚਲਿਤ ਵੀ ਹੋਇਆ ਆਪਣੇ। ਉਦੋਂ ਬਾਅਦ ਉਹਦੀ ਕਿਤਾਬ ਵੀ ਛਪੀ ਮਲਟੀਕਲਚਰਲ ਪਾਥ। ਤਾਂ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਇਸ ਸੰਕਲਪ ਦਾ ਅਧਿਐਨ ਕੀਤਾ। ਤਾਂ ਤੁਸੀਂ ਵੇਖਦੇ ਆ ਕਿ ਜਿਹੜਾ ਸਹਿਹੋਂਦ ਨਾਲੋਂ ਅੱਗੇ ਜਦੋਂ ਮੈਂ ਕਹਿੰਦਾ ਕਿ ਵੀ ਇਹ ਸੰਕਲਪ ਲੰਘਦਾ ਹੈ ਤਾਂ ਵੀ ਕੀ ਜਨਤਕ ਥਾਵਾਂ 'ਤੇ ਸਾਰੀਆਂ ਜਿਹੜੀਆਂ ਧਿਰਾਂ ਨੇ, ਸੱਭਿਆਚਾਰਕ ਧਿਰਾਂ ਨੇ, ਕੀ ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਮੂਲੀਅਤ ਹੈਗੀ ਹੈ, ਕੀ ਉਹ ਬਰਾਬਰੀ ਵਾਲੀ ਹੈ ਜਾਂ ਉਹ ਉੱਥੇ ਜਨਤਕ ਥਾਂ 'ਤੇ ਜਾ ਕੇ ਉਹ ਮਹਿਸੂਸ ਕਰਦੇ ਆ ਕਿ ਨਹੀਂ ਸਾਡੀ ਬਰਾਬਰੀ ਵਾਲੀ ਨਹੀਂ, ਸਾਡਾ ਜਿਹੜਾ ਸਥਾਨ ਹੈ ਉਹ ਕੁਛ ਘੱਟ ਹੈ। ਇਸ ਕਿਸਮ ਦੀ ਗੱਲ ਤੁਸੀਂ ਜਿਵੇਂ ਔਰਤਾਂ ਦੇ ਪ੍ਰਸੰਗ ਦੇ ਵਿੱਚ, ਦਲਿਤਾਂ ਦੇ ਪ੍ਰਸੰਗ ਦੇ ਵਿੱਚ ਵੀ ਪਹਿਲਾਂ ਹੁੰਦੀ ਰਹੀ ਹੈਗੀ ਹੈ, ਉਹੀ ਗੱਲ ਜਿਹੜੀ ਹੈਗੀ ਹੈ ਇਹ ਸੱਭਿਆਚਾਰ ਦੇ ਪ੍ਰਸੰਗ ਦੇ ਵਿੱਚ
ਕਿ ਵੀ ਸਾਰਿਆਂ ਦੀ ਜਿਹੜੀ ਜਨਤਕ ਭਾਈਵਾਲੀ ਹੈਗੀ ਹੈ, ਜਨਤਕ ਥਾਵਾਂ 'ਤੇ ਜਿਹੜੀ ਬਰਾਬਰ ਦੀ ਭਾਈਵਾਲੀ ਹੈਗੀ ਹੈ, ਉਹ ਕਿਵੇਂ ਸੰਭਵ ਹੋਵੇ। ਜਾਣੀ ਕੁੱਲ ਮਿਲਾ ਕੇ ਤਾਂ ਇਹ ਸੰਕਲਪ ਬਰਾਬਰਤਾ ਦੇ ਹੀ ਇਸੇ ਕਰਕੇ ਇਹਦਾ ਜਿਹੜਾ ਮਾਨਵਵਾਦੀ ਚਿਹਰਾ ਜਾਂ ਰੂਪ ਹੈਗਾ ਉਹ ਇਸੇ ਗੱਲ ਤੋਂ ਹੀ ਪ੍ਰਭਾਵਿਤ ਹੈ ਕਿ ਜਿਹੜਾ ਇਹ ਬਰਾਬਰਤਾ ਦੀ ਗੱਲ ਕਰਦਾ ਹੈ ਕਿ ਵੀ ਜਿਹੜੇ ਸਾਰੇ ਸੱਭਿਆਚਾਰ ਹੈਗੇ ਆ ਉਹ ਜਨਤਕ ਥਾਵਾਂ 'ਤੇ ਵੀ ਉਹਨਾਂ ਨੂੰ ਬਰਾਬਰ ਦੀ ਜਿਹੜੀ ਭਾਈਵਾਲੀ ਮਿਲੇ। ਤਾਂ ਤੁਸੀਂ ਵੇਖੋਗੇ ਕਿ ਕਿਉਂਕਿ ਇਹ ਜਿਹੜਾ ਸਿਧਾਂਤ ਹੈ ਬਹੁਤਾ ਕਿਉਂਕਿ ਪੱਛਮ ਦੇ ਵਿੱਚ ਹੀ ਇਹ ਵਿਕਸਿਤ ਹੋਇਆ, ਅਤੇ ਪੱਛਮ ਦੇ ਵਿੱਚ ਵੀ ਹਾਲਾਂਕਿ ਅਜੇ ਇਹਨੂੰ ਸਾਹਿਤ ਅਧਿਐਨ ਦੇ ਤੌਰ 'ਤੇ ਬਹੁਤਾ ਨਹੀਂ ਉਸ ਤਰ੍ਹਾਂ ਵਰਤਿਆ ਜਾ ਰਿਹਾ, ਪਰ ਜਦੋਂ ਇਹਨੂੰ ਭਾਰਤ ਦੇ ਵਿੱਚ ਇਹਦਾ ਅਧਿਐਨ ਸ਼ੁਰੂ ਹੋਇਆ ਤਾਂ ਉਸ ਵੇਲੇ ਇਹ ਮਹਿਸੂਸ ਕੀਤਾ ਗਿਆ ਕਿ ਵੀ ਹਰੇਕ ਸਮਾਜ ਹੀ ਆਪਣੀ ਬਣਤਰ ਵਜੋਂ ਤਾਂ ਬਣਤਰ ਵਜੋਂ ਤਾਂ ਬਹੁਤ ਸੱਭਿਆਚਾਰਕ ਹੁੰਦਾ ਹੀ ਹੈ। ਤੁਸੀਂ ਜੇ ਕਬਾਇਲੀ ਦੌਰ ਦੇ ਵਿੱਚ ਚਲੇ ਜਾਓ ਤਾਂ ਉਸ ਵੇਲੇ ਤਾਂ ਹੋ ਸਕਦਾ ਹੈ ਕਿ ਜਿਹੜੇ ਸਮਾਜ ਹੈਗੇ ਆ ਉਹ ਹੁਣ ਹੋਮੋਜੀਨੀਅਸ ਕਿਸਮ ਦੇ ਜਾਂ ਇੱਕੋ ਤਰ੍ਹਾਂ ਦੇ ਹੋਣ ਸੱਭਿਆਚਾਰਕ ਤੌਰ 'ਤੇ, ਪਰ ਉਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਇਹ ਕਿਸੇ ਸਮਾਜ ਦੇ ਵਿੱਚ ਵੀ ਇਹ ਗੱਲ ਨਹੀਂ ਮਿਲੂਗੀ। ਜਿਵੇਂ ਡਾਕਟਰ ਸੁਰਜੀਤ ਹੋਰਾਂ ਨੇ ਇਸ਼ਾਰਾ ਕੀਤਾ ਕਿ ਉਸੇ ਸੱਭਿਆਚਾਰ ਦੇ ਵਿੱਚ ਦੌਰਾਨ ਵੀ ਤੁਹਾਨੂੰ ਉਹਦੀਆਂ ਇੰਟਰ ਕੰਟਰਾਡਿਕਸ਼ਨਜ਼ ਇਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ, ਤਾਂ ਉਹਨਾਂ ਨੂੰ ਕਿਵੇਂ ਸੁਲਝਾਇਆ ਜਾਵੇ, ਕਿਵੇਂ ਸਮਝਿਆ ਜਾਵੇ। ਤੁਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਥੇ ਆਮ ਤੌਰ 'ਤੇ ਸੈਮੀਨਾਰਾਂ ਦੇ ਵਿੱਚ ਇਹ ਬਹਿਸ ਹੁੰਦੀ ਸੁਣੀ ਹੋਣੀ ਆ ਸਟੂਡੈਂਟਸ ਨੇ ਕਿ ਕਿਤੇ ਪੰਜਾਬੀ ਸੱਭਿਆਚਾਰ 'ਤੇ ਗੱਲ ਹੋਣ ਲੱਗਦੀ ਹੈ, ਬਾਹਰ ਪ੍ਰਵਾਸੀਆਂ ਦੇ ਮਸਲੇ 'ਚ ਹੋਣ ਲੱਗਦੀ ਹੈ, ਅਤੇ ਜਿਹੜੇ ਸਿੱਖ ਵਿਚਾਰਧਾਰਾ ਦੇ ਬਹੁਤੇ ਨੇੜੇ ਆ ਉਹ ਕਹਿੰਦੇ ਵੀ ਨਹੀਂ ਪੰਜਾਬੀ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ, ਇਹ ਤਾਂ ਸਿੱਖ ਸੱਭਿਆਚਾਰ ਹੈ। ਇਸ ਕਿਸਮ ਦੀ ਗੱਲ ਹਰੇਕ ਨੇ ਆਪਣੇ ਪਾਲੇ ਵੱਲ ਨੂੰ ਇਸ ਤਰ੍ਹਾਂ ਗੱਲ ਖਿੱਚ ਕੇ ਲੈ ਕੇ ਜਾਣੀ ਹੁੰਦੀ ਹੈ। ਇਹੀ ਚੀਜ਼ ਛੋਟੀਆਂ ਕੰਟਰਾਡਿਕਸ਼ਨਸ ਪੈਦਾ ਕਰਦੀ ਹੈ, ਅਤੇ ਐ ਨਹੀਂ ਗਾ ਕਿ ਵੀ ਉਹਦੇ 'ਚ ਸਾਂਝ ਵੀ ਪੰਜਾਬੀ ਅਤੇ ਕੋਈ ਐਬਸਟਰੈਕਟ ਕਿਸਮ ਦੀ ਟਰਮ ਬਣ ਗਈ। ਉਹਦੇ 'ਚ ਸਾਂਝਾਂ ਵੀ ਹੈ ਨੇ, ਸਾਡੀਆਂ ਬੋਲੀ ਦੀਆਂ ਸਾਂਝਾਂ ਹੈ ਨੇ, ਰੀਤਾਂ ਰਿਵਾਜਾਂ ਦੀਆਂ ਸਾਂਝਾਂ ਵੀ ਹੈ ਨੇ, ਉਸ ਤਰ੍ਹਾਂ ਦੀਆਂ ਸਾਂਝਾਂ ਵੀ ਹੈ ਨੇ, ਪਰ ਇਹ ਜਿਹੜਾ ਨੈਟਵਰਕ ਹੈ ਬਹੁਤ ਉਲਝਿਆ ਹੋਇਆ ਹੁੰਦਾ। ਇਸੇ ਕਰਕੇ ਇਸੇ ਪ੍ਰੋਬਲਮੈਟਿਕ ਇਹਦੀ ਹੋਂਦ ਹੋਣ 'ਤੇ ਹੀ ਬਹੁਤ ਸੱਭਿਆਚਾਰਵਾਦ ਦੀ ਲੋੜ ਪੈਂਦੀ ਹੈ ਕਿ ਉਹਨਾਂ ਗੱਲਾਂ ਨੂੰ ਕਿਵੇਂ ਸਮਝਿਆ ਜਾਵੇ, ਕਿਉਂਕਿ ਜਦੋਂ ਸੱਭਿਆਚਾਰਕ ਇੱਕ ਦੂਜੇ ਵਰਗ ਦੇ ਸੰਬੰਧਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ 'ਚ ਰਾਜਨੀਤੀ ਸ਼ਾਮਲ ਹੋ ਜਾਂਦੀ ਹੈ। ਹਰੇਕ ਸੱਭਿਆਚਾਰ ਵਾਲੇ ਆਪਣੀ ਜ਼ਿਆਦਾ ਸਪੇਸ ਜਿਹੜੀ ਹੈਗੀ ਆ ਉਹ ਰੋਕਣ ਦਾ ਯਤਨ ਕਰਦੇ ਹੀ ਹੈ, ਅਤੇ ਉਹ ਕਈ ਵਾਰੀ ਜਿਹੜੀ ਉਹਦੀ ਸ਼ਬਦਾਵਲੀ ਹੈ ਜਾਂ ਉਹਦਾ ਢੰਗ ਤਰੀਕਾ ਹੈ ਜਾਂ ਕਾਨੂੰਨ ਪ੍ਰਬੰਧ ਹੈ ਉਹ ਐਡਾ ਸੂਖਮ ਢੰਗ ਦਾ ਹੁੰਦਾ ਹੈ ਕਿ ਉਹਨੂੰ ਸਮਝਣਾ ਆਮ ਸੌਖਾ ਕੰਮ ਨਹੀਂ ਹੁੰਦਾ। ਇਸੇ ਕਰਕੇ ਇਹ ਥੋੜ੍ਹਾ ਕਨਸੈਪਟ ਆ ਜਿਹੜਾ ਇਹ ਥੋੜ੍ਹਾ ਪ੍ਰੋਬਲਮੈਟਿਕ ਬਣ ਜਾਂਦਾ ਹੈਗਾ। ਅਤੇ ਸਾਡਾ ਸਮਾਜ ਵੀ ਇਸ ਤਰ੍ਹਾਂ ਦਾ ਬਹੁਤ ਸੱਭਿਆਚਾਰਕ ਤਾਂ ਹੈ ਹੀ ਸੀ, ਤਾਂ ਪਰ ਇਹਦੀ ਥਿਊਰੀ ਅਸੀਂ ਉਸ ਤਰ੍ਹਾਂ ਦੀ ਡਿਵੈਲਪ ਨਹੀਂ ਕਰ ਸਕੇ ਸੀਗੇ। ਤਾਂ ਖ਼ਾਸ ਤੌਰ 'ਤੇ ਜੇ ਪੰਜਾਬੀ ਸਾਹਿਤ ਦੇ ਪ੍ਰਸੰਗ ਦੇ ਵਿੱਚ ਵੀ ਤੁਸੀਂ ਵੇਖੋ ਤਾਂ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੋਂਦ ਹੀ ਹੈਗੀ ਹੈ ਉਹ ਤੁਹਾਨੂੰ ਇਸ ਗੱਲ ਦਾ ਵੱਲ ਜਿਹੜਾ ਭਰਮਾ ਸੰਕੇਤ ਕਰੂਗੀ ਕਿ ਵੀ ਅਸੀਂ ਬਹੁਤ ਸੱਭਿਆਚਾਰਕ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਇੱਕ ਤਾਲਮੇਲ ਜਾਂ ਸਾਂਝੀਵਾਲਤਾ ਦਾ ਸੰਕਲਪ ਅਸੀਂ ਕਿਵੇਂ ਉਹਦੇ 'ਚ ਸਿਰਜਣ ਦਾ ਯਤਨ ਕਰ ਰਹੇ ਹੈਗੇ ਆ। ਤਾਂ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸੱਭਿਆਚਾਰਕ ਅਧਿਐਨ ਦੀ ਜਿਹੜੀ ਸਾਡੇ ਕੋਲ ਸੀਗੀ ਕਿ ਵੱਖ-ਵੱਖ ਸੱਭਿਆਚਾਰਾਂ ਦਾ ਆਪਸ ਵਿੱਚ ਸਾਂਝੀਵਾਲਤਾ ਉਹਨਾਂ 'ਚ ਕਿਵੇਂ ਬਣੇ, ਇਸ ਨਜ਼ਰੀਏ ਤੋਂ ਤਾਂ ਅਸੀਂ ਆਪਾਂ ਅਧਿਐਨ ਕਰਦੇ ਰਹੇ ਹਾਂ, ਪਰ ਇਹਦੇ ਕੋਲੇ ਟੂਲਸ ਜ਼ਿਆਦਾ ਨੇ ਬਹੁਤ ਸੱਭਿਆਚਾਰਵਾਦ ਕੋਲੇ ਕਿ ਤੁਸੀਂ ਦੋਵੇਂ ਰੁਖੀ ਜਿਹੜੀ ਹੈਗੀ ਹੈ ਉਹ ਇਹਦਾ ਅਧਿਐਨ ਕਰ ਸਕਦੇ ਹੈਗੇ ਆ, ਹੌਰੀਜੈਂਟਲ ਰੂਪ 'ਚ ਵੀ ਵਰਟੀਕਲ ਰੂਪ ਦੇ ਵਿੱਚ ਵੀ। ਤਾਂ ਇਸ ਕਰਕੇ ਇਹਦੇ ਕੋਲ ਜਿਹੜੇ ਟੂਲਸ ਨੇ ਉਹਨਾਂ ਨੇ ਸਾਨੂੰ ਵਧੇਰੇ ਸਮਰੱਥਾ ਦਿੱਤੀ ਹੈਗੀ ਹੈ। ਜਦੋਂ ਮੈਂ ਇਹਨੂੰ ਇਸ ਕਿਤਾਬ ਵੱਲ ਆਉਣਾ ਤਾਂ ਮੈਂ ਨਿੱਜੀ ਤੌਰ 'ਤੇ ਤਾਂ ਮੈਂ ਜਿਵੇਂ ਕਿ ਵੀ ਮੇਰੇ ਅਵਚੇਤਨ ਦੇ ਵਿੱਚ ਹੀ ਇਹ ਗੱਲ ਪਈ ਹੋਵੇ, ਮੈਂ
ਆਪਣੇ ਬਚਪਨ ਦੇ ਵਿੱਚ ਵੀ ਇੱਕ ਗੱਲ ਦੇਖਦਾ ਰਿਹਾ ਕਿ ਜਦੋਂ 47 ਤੋਂ ਬਾਅਦ ਪਾਕਿਸਤਾਨ ਤੋਂ ਲੋਕ ਆ ਕੇ ਵਸੇ, ਸਾਡੇ ਵੀ ਪਿੰਡਾਂ ਦੇ ਆਲੇ ਦੁਆਲੇ ਆ ਕੇ ਵਸੇ, ਤਾਂ ਮੈਂ ਇੱਕ ਗੱਲ ਮਹਿਸੂਸ ਕਰਦਾ ਸੀਗਾ ਕਿ ਜਿਹੜੇ ਤਾਂ ਲੋਕ ਮੁਸਲਿਮ ਭਾਈਚਾਰੇ ਦੇ ਸਾਡੇ ਪਿੰਡ 'ਚੋਂ ਜਾਂ ਆਲੇ ਦੁਆਲੇ ਉੱਠ ਕੇ ਗਏ ਸੀ, ਉਹਨਾਂ ਦੀ ਗੱਲ ਤਾਂ ਬਹੁਤ ਵਾਰੀ ਹਮਦਰਦੀ ਨਾਲ ਕੀਤੀ ਜਾਂਦੀ ਸੀ, ਜਿਵੇਂ ਸਾਡੇ ਘਰ ਦੇ ਵਿੱਚ ਹੀ ਕਿ ਫਲਾਣਾ ਫੱਤਾ ਉਹ ਇਸ ਤਰ੍ਹਾਂ ਆਪਣਾ ਸੀਰੀ ਹੁੰਦਾ ਸੀ ਜਾਂ ਇਸ ਤਰ੍ਹਾਂ ਹੁੰਦਾ ਸੀ, ਉਹ ਬਹੁਤ ਚੰਗਾ ਸੀ, ਇਸ ਤਰ੍ਹਾਂ ਫਲਾਣੇ ਜਿਹੜਾ ਹੈ ਖੇਸ ਬੁਣਨ ਦਾ ਕੰਮ ਕਰਦੇ ਸੀ, ਆਹ ਕਰਦੇ ਸੀ, ਇਸ ਤਰ੍ਹਾਂ। ਪਰ ਜਿਹੜੇ ਉਸ ਵੇਲੇ ਰਿਫਿਊਜੀ ਜਾਂ ਜਿਨ੍ਹਾਂ ਨੂੰ ਮਾਲਵੇ ਦੇ ਵਿੱਚ ਪਨਾਹਗੀਰ ਕਿਹਾ ਜਾਂਦਾ ਸੀ, ਤਾਂ ਜਦੋਂ ਜਿਹੜੇ ਉਹ ਆਉਂਦੇ ਸੀ ਉਹਨਾਂ ਪ੍ਰਤੀ ਜਿਹੜੀ ਗੱਲ ਕੀਤੀ, ਹਾਲਾਂਕਿ ਉਹ ਉਹਨਾਂ ਦੇ ਸੱਭਿਆਚਾਰ ਵਜੋਂ ਉਹਨਾਂ ਦੇ ਜ਼ਿਆਦਾ ਨੇੜੇ ਸੀ, ਪਰ ਉਹਨਾਂ ਦੀ ਜਦੋਂ ਗੱਲ ਕੀਤੀ ਜਾਂਦੀ ਸੀ ਤਾਂ ਇਉਂ ਕੀਤੀ ਜਾਂਦੀ ਸੀਗੀ ਕਿ ਵੀ ਜਿਵੇਂ ਇਹ ਕੋਈ ਮਤਲਬ ਤੁਹਾਡੇ 'ਤੇ ਬਹੁਤ ਕੋਈ ਹੋਰ ਤਰ੍ਹਾਂ ਦੇ ਲੋਕ ਹੋਣ, ਇਹ ਬਹੁਤ ਚੁਸਤ ਚਲਾਕ ਨੇ, ਇਹ ਬਹੁਤ ਇਸ ਤਰ੍ਹਾਂ ਦੇ ਨੇ, ਇਹ ਬਹੁਤ ਐਂ ਹੁੰਦੇ ਨੇ, ਇਸ ਤਰ੍ਹਾਂ ਗੱਲ ਕੀਤੀ ਜਾਂਦੀ ਸੀ। ਤਾਂ ਮੈਂ ਇਹ ਬਚਪਨ ਦੇ ਵਿੱਚ ਚਲੋ ਆਪਦੇ 'ਚ ਇਹ ਗੱਲਾਂ ਸੁਣੀਆਂ ਤਾਂ ਮਤਲਬ ਮੁੱਢ ਤੋਂ ਹੀ ਜਾਣੀ ਮੇਰੇ ਅਵਚੇਤਨ 'ਚ ਇਹ ਗੱਲ ਵਸੀ ਪਈ ਹੈ ਕਿ ਕਈ ਵਾਰੀ ਇਹ ਕਿੱਡੀ ਗੁੰਝਲਦਾਰ ਗੱਲ ਹੁੰਦੀ ਹੈਗੀ ਹੈ ਕਿ ਤੁਸੀਂ ਜਿਹੜਾ ਹੈ ਤੁਹਾਡੇ ਆਪਦੇ ਲੋਕਾਂ ਨਾਲ ਇਸ ਕਿਸਮ ਦੇ ਰਿਲੇਸ਼ਨ ਕਿਸ ਕਾਰਨ ਬਣ ਜਾਂਦੇ ਹੈਗੇ ਆ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਆਪਦੇ ਸੱਭਿਆਚਾਰ ਦੇ ਵਿਦਿਨ ਜਿਹੜਾ ਹੈ ਉਹ ਬਹੁਤ ਸਾਰੇ ਵਖਰੇਵੇਂ ਵੀ ਹੈ ਨੇ, ਭਾਸ਼ਾ ਦੇ ਪੱਧਰ 'ਤੇ ਵੀ ਨੇ, ਧਰਮ ਦੇ ਪੱਧਰ 'ਤੇ ਵੀ ਨੇ, ਜਾਤ ਦੇ ਪੱਧਰ 'ਤੇ ਵੀ ਨੇ, ਨਸਲੀ ਪੱਧਰ 'ਤੇ ਵੀ ਨੇ, ਹੋਰ ਬਹੁਤ ਸਾਰੇ ਵਖਰੇਵੇਂ ਹੈ ਨੇ ਅਤੇ ਸਾਂਝਾਂ ਵੀ ਹੈ ਨੇ। ਤਾਂ ਉਹਨਾਂ ਦੋਨਾਂ ਗੱਲਾਂ ਨੂੰ ਜਿਹੜਾ ਹੈ ਸਮਝਣ ਦੀ ਇੱਕ ਜਿਹੜੀ ਚੇਸ਼ਟਾ ਉਹ ਕਿਵੇਂ ਕੀਤੀ ਜਾਵੇ। ਜਦੋਂ ਮੈਂ ਇਹਨੂੰ ਕ੍ਰੀਏਟਿਵ ਢੰਗ ਨਾਲ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ, ਜਾਣੀ ਥੋੜ੍ਹਾ ਵੱਡਾ ਹੋ ਕੇ, ਤਾਂ ਮੈਂ ਇੱਕ ਕਹਾਣੀ ਲਿਖੀ, ਸੱਪ ਛੱਡਣਾ। ਉਹ ਕਾਫੀ ਪ੍ਰਸਿੱਧ ਵੀ ਹੋਈ ਕਹਾਣੀ, ਅਤੇ ਉਹ ਮੁੱਖ ਤੌਰ 'ਤੇ ਜਿਹੜਾ ਮਲਵਈਆਂ ਔਰ ਮਝੈਲਾਂ ਦਾ ਜਿਹੜਾ ਆਪਸ ਵਿੱਚ ਇਸ ਕਿਸਮ ਦਾ ਰਿਸ਼ਤਾ ਹੈ, ਤਕਰਾਰ ਵਾਲਾ, ਇੱਕ ਦੂਜੇ 'ਤੇ ਬੇਵਿਸ਼ਵਾਸੀ ਵਾਲਾ, ਇੱਕ ਦੂਜੇ ਨੂੰ ਜਿਹੜਾ ਹੈ ਉਹਦੀਆਂ ਗੱਲਾਂ ਨੂੰ ਬਹੁਤਾ ਨਾ ਸਲਾਹੁਣ ਵਾਲਾ, ਇਸ ਤਰ੍ਹਾਂ ਦਾ ਉਹਦੇ ਬਾਰੇ। ਅਤੇ ਦਿਲਚਸਪ ਗੱਲ ਇਹ ਹੋਈ ਕਿ ਜਦੋਂ ਉਹ ਕਿਤਾਬ ਮੇਰੀ ਛਪੀ ਅਤੇ ਉਹ ਮੈਨੂੰ ਉਹਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਹਦੇ 'ਤੇ ਮੈਨੂੰ ਭਾਈ ਵੀਰ ਸਿੰਘ ਗਲ ਪੁਰਸਕਾਰ ਦਿੱਤਾ ਗਿਆ, ਅਤੇ ਉਹਦੇ 'ਤੇ ਪੇਪਰ ਪੜ੍ਹਨਾ ਸੀ ਕਿਤਾਬ 'ਤੇ ਡਾਕਟਰ ਸੁਖਦੇਵ ਖਾਰਾ ਨੇ, ਅਤੇ ਉਹਨਾਂ ਨੇ ਪੇਪਰ ਪੜ੍ਹਿਆ ਅਤੇ ਉਸ ਤੋਂ ਬਾਅਦ ਉਹ ਵਿਭਾਗ ਦੇ ਵਿੱਚ ਛੋਟੀ ਜਿਹੀ ਮੀਟਿੰਗ ਕਰਦੇ ਹੁੰਦੇ ਸੀ ਉਹਨਾਂ ਹੀ ਮਤਲਬ ਲੇਖਕਾਂ ਨਾਲ। ਤਾਂ ਉੱਥੇ ਉਹ ਕਹਿਣ ਲੱਗੇ, ਕਹਿੰਦੇ ਯਾਰ ਮੈਂ ਪੇਪਰ ਤਾਂ ਪੜ੍ਹਿਆ, ਪਰ ਮੈਨੂੰ ਤੇਰੀ ਕਿਤਾਬ ਵੀ ਬਹੁਤ ਪਸੰਦ ਆਈ, ਪਰ ਇੱਕ ਗੱਲ ਮੈਂ ਇਹਦੇ ਨਾਲ ਦੁਖੀ ਹਾਂ ਬਹੁਤ, ਅਤੇ ਮੈਨੂੰ ਚੰਗੀ ਨਹੀਂ ਲੱਗੀ ਕਿ ਵੀ ਤੂੰ ਗਾਂਹ ਜਿਹੜਾ ਹੈਗਾ ਆ ਕੀ ਇਹਨਾਂ ਦੇ ਵਿੱਚ ਰਿਫਟ ਪਾਉਣ ਦਾ ਯਤਨ ਕੀਤਾ ਹੈਗਾ ਮਲਵਈਆਂ ਦੇ ਅਤੇ ਮਝੈਲਾਂ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਮਤਲਬ ਹੁੰਦੀ। ਤਾਂ ਕਮਾਲ ਦੀ ਗੱਲ ਇਹ ਹੋਈ ਕਿ ਚਲੋ ਮੈਂ ਤਾਂ ਬਹੁਤ ਛੋਟਾ ਸੀ ਉਸ ਲੈਵਲ ਦਾ ਉਹਨਾਂ ਦੇ ਹਿਸਾਬ ਨਾਲ, ਅਤੇ ਮੈਂ ਉਹ ਗੱਲ ਨੂੰ ਚੁੱਪ ਕਰਕੇ ਸੁਣਿਆ। ਅਤੇ ਕਮਾਲ ਦੀ ਗੱਲ ਹੋਈ ਕਿ ਜਦੋਂ ਇਹ ਕਿਤਾਬ ਤਿਆਰ ਕਰ ਰਹੇ ਸੀਗੇ ਅਤੇ ਡਾਕਟਰ ਗੁਰਮੀਤ ਸਿੰਘ ਜਿਹੜੇ ਲੋਕ ਧਾਰਾ ਦੇ ਵੱਡੇ ਸਾਡੇ ਵਿਦਵਾਨ ਨੇ, ਉਹਨਾਂ ਨੇ ਵੀ ਇਹ ਗੱਲ ਮਤਲਬ ਕਹੀ ਕਿ ਵੀ ਯਾਰ ਮੈਨੂੰ ਤਾਂ ਕੋਈ ਇਸ ਤਰ੍ਹਾਂ ਦੀ ਸੱਭਿਆਚਾਰਕ ਜਿਹੜੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਲੱਗਦੀ, ਅਤੇ ਇਸ ਕਰਕੇ ਮੈਂ ਤਾਂ ਇਹ ਗੱਲ ਨਹੀਂ ਕਰ ਸਕਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਨਾ ਕਰੋ ਗੱਲ, ਜੋ ਤੁਹਾਨੂੰ ਲੱਗਦਾ ਤੁਸੀਂ ਉਸੇ ਤਰ੍ਹਾਂ ਗੱਲ ਕਰਨੀ, ਪਰ ਗੱਲ ਤਾਂ ਇਹ ਵੀ ਫੋਕਲੋਰ ਦੇ ਹਵਾਲੇ ਨਾਲ ਕਰਨੀ ਹੈਗੀ ਹੈ। ਯਾਨੀ ਇੱਕ ਧਿਰ ਹੈਗੀ ਜਿਹੜਾ ਨੂੰ ਉਹ ਨਹੀਂ ਲੱਗਦਾ, ਪਰ ਜੇ ਤੁਸੀਂ ਇਹਨੂੰ ਬਰੀਕੀ ਨਾਲ ਵੇਖੋਗੇ ਤਾਂ ਤੁਹਾਨੂੰ ਇਹ ਨਿੱਕੀਆਂ ਵਿਦਿਨ ਕਲਚਰ ਵੀ ਜਿਹੜੀਆਂ ਟੈਨਸ਼ਨਸ ਉਹ ਨਜ਼ਰ ਆਉਣਗੀਆਂ। ਅਤੇ ਜਦੋਂ ਉਸ ਤੋਂ ਬਾਅਦ ਮੈਂ ਇਹ ਜਾਣੀ ਇੱਥੇ ਆ ਗਿਆ ਯੂਨੀਵਰਸਿਟੀ ਦੇ ਵਿੱਚ, ਅਤੇ ਫਿਰ ਇਹ ਖੋਜ ਕਾਰਜ ਵਾਲਾ ਕੰਮ ਸ਼ੁਰੂ ਹੋਇਆ, ਤਾਂ ਮੈਂ ਵਾਰ-ਵਾਰ ਇਸ ਵਿਸ਼ੇ ਵੱਲ ਮੁੜਦਾ ਰਿਹਾ। ਜਾਣੀ 2-3 ਵਿਦਿਆਰਥੀਆਂ ਨੂੰ ਇਸ ਗੱਲ 'ਤੇ ਸੋਚਣ ਵਾਸਤੇ ਲਾਇਆ। ਸਭ ਤੋਂ ਪਹਿਲਾਂ ਬਲਜਿੰਦਰ ਨਸਰਾਲੀ ਹੋਰਾਂ ਨੇ ਕਰਮਜੀਤ ਕੁੱਸਾ ਦੇ ਪ੍ਰਸੰਗ ਦੇ ਵਿੱਚ
ਬੜੀਆਂ ਜਿਹੜੀਆਂ ਇਸ ਕਿਸਮ ਦੀਆਂ ਨਵੀਆਂ ਗੱਲਾਂ ਕੀਤੀਆਂ ਵੀ ਵਿਦਿਨ ਕਿਸਾਨੀ ਦੇ ਵੀ ਕਿਸ ਤਰ੍ਹਾਂ ਦੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਟੈਨਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਸੱਭਿਆਚਾਰ ਦੇ ਨਜ਼ਰੀਏ ਤੋਂ ਵੀ ਵੇਖ ਸਕਦੇ ਹੋ। ਉਹਨਾਂ ਦਾ ਕੰਮ ਸੱਭਿਆਚਾਰਕ ਰੂਪਾਂਤਰਨ 'ਤੇ ਸੀ ਬਲਜਿੰਦਰ ਨਸਰਾਲੀ ਦਾ। ਫਿਰ ਕਿਉਂਕਿ ਇਹ ਸੰਕਲਪ ਉਦੋਂ ਅਜੇ ਬਹੁਤ ਸੱਭਿਆਚਾਰਵਾਦ ਦੀ ਗੱਲ ਇਸ ਤਰ੍ਹਾਂ ਨਹੀਂ ਸੀ ਹੁੰਦੀ, ਪਰ ਇਹਦੇ 'ਤੇ ਮੇਰਾ ਮਨ ਇਸ ਤਰ੍ਹਾਂ ਸੀਗਾ ਕਿ ਇੱਕ ਮੇਰਾ ਵਿਦਿਆਰਥੀ ਹੋਰ ਸੀ ਇੰਦਰਪਾਲ, ਉਹਨੇ ਪੂਰਬ ਅਤੇ ਪੱਛਮੀ ਸੱਭਿਆਚਾਰ ਦੇ ਕਿਸ ਤਰ੍ਹਾਂ ਦੇ ਆਪਸ ਵਿੱਚ ਸੰਬੰਧ ਹੈ ਜਾਂ ਵਿਰੋਧ ਹੈਗੇ ਆ, ਅਸੀਂ ਉਹਦੇ 'ਤੇ ਫਿਰ ਇੱਕ ਵਾਰੀ ਸੋਚਣਾ ਜਿਹੜਾ ਹੈ ਸ਼ੁਰੂ ਕੀਤਾ। ਉਹਨੇ PhD ਦਾ ਕੰਮ ਇਹਦੇ 'ਤੇ ਕੀਤਾ ਵੀ ਕੀ ਉਹੀ ਧਾਰਨਾ ਅਜੇ ਵੀ ਚੱਲਦੀ ਹੈ, ਈਸਟ ਇਜ ਈਸਟ ਔਰ ਵੈਸਟ ਇਜ ਵੈਸਟ, ਕੀ ਉਹੀ ਗੱਲ ਹੈ ਕਿ ਸੱਭਿਆਚਾਰਕ ਤੌਰ 'ਤੇ ਸਾਡੇ ਕੋਈ ਨਵੇਂ ਰਿਸ਼ਤੇ ਜਿਹੜੇ ਹੈਗੇ ਆ ਉਹ ਵਿਕਸਿਤ ਹੋਏ ਹੈਗੇ ਆ ਜਾਂ ਹੋਏ ਆ ਅਤੇ ਕਿਸ ਤਰ੍ਹਾਂ ਹੋਏ ਆ ਕਿ ਕਲੋਨੀਅਲ ਪੀਰੀਅਡ ਤੋਂ ਬਾਅਦ ਕੋਈ ਇਹਦੇ 'ਚ ਬਦਲਿਆ ਜਾਂ ਪੋਸਟ ਕਲੋਨੀਅਲ ਪੀਰੀਅਡ ਦੇ ਵਿੱਚ ਜਿਹੜਾ ਹੈ ਸਾਡੀ ਕੋਈ ਧਾਰਨਾਵਾਂ, ਸਾਡੀ ਕੋਈ ਸੋਚ ਨਵੀਂ ਆਈ ਹੈ। ਉਹਦੇ 'ਚ ਅਸੀਂ ਥੋੜ੍ਹਾ ਇਹਦੇ ਬਾਰੇ ਸੋਚਣ ਦਾ ਯਤਨ ਕੀਤਾ ਪ੍ਰਵਾਸੀ ਨਾਵਲਾਂ ਦੇ ਪ੍ਰਸੰਗ ਦੇ ਵਿੱਚ। ਤਾਂ ਇਹ ਸੁਖਪ੍ਰੀਤ ਵਾਲਾ ਜਿਹੜਾ ਕੰਮ ਸੀਗਾ ਇਹ ਬਕਾਇਦਾ ਕਿਉਂਕਿ ਬਹੁਤ ਸੱਭਿਆਚਾਰਵਾਦ ਦੇ ਪ੍ਰਸੰਗ ਦੇ ਵਿੱਚ ਹੀ ਹੋਇਆ। ਇਸ ਨੂੰ ਅਸੀਂ ਉਦੋਂ ਇਹ ਲਗਭਗ 10-11 ਦੇ ਵਿੱਚ ਅਸੀਂ ਕੰਮ ਸ਼ੁਰੂ ਕੀਤਾ ਸੀਗਾ। ਕਾਫੀ ਲੰਬਾ ਸਮਾਂ ਲੱਗਿਆ ਕਿਉਂਕਿ ਬਹੁਤ ਲੰਬਾ ਸਮਾਂ ਤਾਂ ਸਾਨੂੰ ਇਹ ਸੰਕਲਪ ਪੂਰੀ ਤਰ੍ਹਾਂ ਸਾਡੀ ਪਕੜ 'ਚ ਹੀ ਨਹੀਂ ਆ ਸਕਿਆ ਕਿ ਇਹ ਸੱਭਿਆਚਾਰਕ ਅਧਿਐਨ ਦੇ ਨਾਲੋਂ ਅੱਗੇ ਕਿੱਥੇ ਜਾਂਦਾ ਹੈਗਾ। ਹਾਲਾਂਕਿ ਇਹਦੇ 'ਤੇ ਤੁਹਾਨੂੰ ਕੰਮ ਹੋਇਆ ਬੇਸ਼ੁਮਾਰ, ਮਤਲਬ ਖਾਸ ਤੌਰ 'ਤੇ ਦੂਜੀਆਂ ਭਾਸ਼ਾਵਾਂ ਇੰਗਲਿਸ਼ ਦੇ ਵਿੱਚ ਤਾਂ ਬੇਸ਼ੁਮਾਰ ਕੰਮ ਹੋਇਆ ਮਿਲਦਾ ਹੈਗਾ, ਪਰ ਅਜੇ ਤੱਕ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਵੀ ਕੋਈ ਟੈਕਸਟ ਦੀ ਸਟੱਡੀ ਜਿਹੜੀ ਹੈਗੀ ਹੈ ਕੀਤੀ ਜਾਵੇ, ਕਿਉਂਕਿ ਕਿਸੇ ਵੀ ਸਿਧਾਂਤ ਦੀ ਸਹੀ ਨਿਰਖ ਪਰਖ ਉਦੋਂ ਜਿਹੜੀ ਹੈ ਹੋਣੀ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਟੈਕਸਟ ਨੂੰ ਕਿਸੇ ਨੂੰ ਆਧਾਰ ਬਣਾ ਕੇ ਉਹਦੇ ਨਜ਼ਰੀਏ ਤੋਂ ਉਸ ਦੇ ਕੋਣ ਤੋਂ ਖੜ੍ਹ ਕੇ ਅਤੇ ਅਸੀਂ ਫਿਰ ਜਿਹੜਾ ਹੈ ਉਹਦੀਆਂ ਬਰੀਕੀਆਂ ਨੂੰ ਜਾਣਨ ਦਾ ਯਤਨ ਕਰਦੇ ਹਾਂ। ਤਾਂ ਇਹਦੇ ਲਈ ਅਸੀਂ ਫਿਰ ਟੈਕਸਟ ਨੂੰ ਆਧਾਰ ਬਣਾਇਆ, ਖਾਸ ਤੌਰ 'ਤੇ ਪ੍ਰਵਾਸੀ ਪੰਜਾਬੀ ਕਹਾਣੀ ਨੂੰ ਉਹਨੂੰ ਆਧਾਰ ਬਣਾਇਆ। ਪਰ ਜਦੋਂ ਜਿਵੇਂ ਡਾਕਟਰ ਸੁਰਜੀਤ ਹੋਰਾਂ ਨੇ ਇਸ਼ਾਰਾ ਕੀਤਾ ਸੀ, ਜਦੋਂ ਹੀ ਅਸੀਂ ਉਹ ਟੌਪਿਕ ਪਾਸ ਹੋ ਗਿਆ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ, ਇਹਦੇ ਥੋੜ੍ਹੀ ਜਿਹੀ ਸਟੱਡੀ ਵੀ ਕਰ ਲਈ, ਤਾਂ ਉਸੇ ਵੇਲੇ ਇਹ ਗੱਲ ਮਹਿਸੂਸ ਹੋਣੀ ਸ਼ੁਰੂ ਹੋ ਗਈ ਕਿ ਇਹਦੇ 'ਚ ਅਸੀਂ ਭਾਰਤੀ ਕੰਟੈਕਸਟ ਨੂੰ ਕਿਉਂ ਇਗਨੋਰ ਕਰੀਏ ਜਾਂ ਕਿਵੇਂ ਇਗਨੋਰ ਕਰੀਏ, ਇਹਦੇ ਬਿਨਾਂ ਤਾਂ ਸਾਡੀ ਗੱਲ ਹੀ ਨਹੀਂ ਚੱਲਣੀ। ਕਿਉਂਕਿ ਜੇ ਤੁਸੀਂ ਪ੍ਰਵਾਸੀ ਅਨੁਭਵ ਦੀ ਗੱਲ ਕਰੋ ਅਤੇ ਪ੍ਰਵਾਸੀ ਅਨੁਭਵ ਕੋਈ ਇਕੱਲਾ ਪੱਛਮੀ ਅਨੁਭਵ ਤਾਂ ਹੈ ਨਹੀਂ। ਪ੍ਰਵਾਸੀ ਅਨੁਭਵ ਦੀ ਤਾਂ ਮੁੱਖ ਤੌਰ 'ਤੇ ਜੇ ਤੁਸੀਂ ਕਹੋ ਕਿ ਪਰਿਭਾਸ਼ਾ ਹੀ ਇਹ ਹੈ ਕਿ ਉਹ ਦੋਹਰੀਆਂ ਪਛਾਣਾਂ ਦੇ ਵਿੱਚੋਂ ਪੈਦਾ ਹੁੰਦਾ ਹੈਗਾ। ਜਿਹੜਾ ਪ੍ਰਵਾਸੀ ਬੰਦਾ ਪੈਂਡੂਲਮ ਵਾਂਗੂ ਜਿਹੜਾ ਹੈ ਦੋਨੇ ਪਾਸੇ ਜੇ ਟੱਚ ਨਹੀਂ ਕਰਦਾ, ਉਹਦੀ ਇਸ ਤਰ੍ਹਾਂ ਦੀ ਹਾਲਤ ਨਹੀਂ, ਤਾਂ ਉਹਦੇ 'ਚ ਪ੍ਰਵਾਸੀ ਅਨੁਭਵ ਪੈਦਾ ਹੀ ਨਹੀਂ ਹੋਊਗਾ। ਨਹੀਂ ਤਾਂ ਉਹਦਾ ਪ੍ਰਵਾਸੀ ਅਨੁਭਵ ਦਾ ਆਧਾਰ ਹੀ ਇਹ ਬਣਦਾ। ਅਤੇ ਫਿਰ ਸਾਨੂੰ ਲੱਗਿਆ ਕਿ ਵੀ ਅਸੀਂ ਇਕੱਲੇ ਪੱਛਮੀ ਜਿਹੜੀ ਸਿਧਾਂਤ ਦੇ ਆਧਾਰ 'ਤੇ ਅਤੇ ਇਕੱਲੇ ਪੱਛਮੀ ਸਮਾਜ ਦੇ ਡਾਟੇ ਦੇ ਆਧਾਰ 'ਤੇ ਇਹਦਾ ਅਧਿਐਨ ਨਹੀਂ ਸਹੀ ਕਰ ਸਕਦੇ। ਤਾਂ ਭਾਰਤ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਇਹਦਾ ਆਪਣੇ ਬਹੁਤ ਥੋੜ੍ਹਾ ਜਿਹੜਾ ਪੰਜਾਬੀ 'ਚ ਤਾਂ ਚਲੋ ਹੈ ਹੀ ਨਹੀਂ ਸੀਗਾ। ਅਮਰਤਿਆ ਸੇਨ ਨੇ ਜਿਹੜਾ ਹੈ ਆਪਦੀਆਂ ਕਿਤਾਬਾਂ ਦੇ ਵਿੱਚ ਵਾਰ-ਵਾਰ ਇੱਕ ਤਾਂ ਆਰਟੀਕਲ ਦਾ ਉਹਦਾ ਨਾਂ ਹੀ ਉਹਨਾਂ ਨੇ ਜਾਣੀ ਮਲਟੀ ਕਲਚਰਿਜ਼ਮ 'ਤੇ ਹੀ ਰੱਖਿਆ, ਪਰ ਉਹ ਈਸਟ ਵੈਸਟ 'ਤੇ ਜਾਂ ਕਿਤੇ ਰਵਿੰਦਰਨਾਥ ਟੈਗੋਰ 'ਤੇ ਕੰਮ ਕਰਦਿਆਂ ਜਾਂ ਇਸ ਤਰ੍ਹਾਂ ਉਹ ਵਾਰ-ਵਾਰ ਤੁਸੀਂ ਉਹਨਾਂ ਦੀ ਕਿਤਾਬ ਤੋਂ ਵੀ ਜਾਣੂ ਹੋਵੋਗੇ। ਇੱਕ ਕਿਤਾਬ ਦਾ ਨਾਂ ਹੀ ਹੈਗਾ ਆਰਗੂਮੈਂਟੇਟਿਵ ਇੰਡੀਆ। ਤਾਂ ਉਹਨਾਂ ਦੇ ਉਹਨਾਂ ਦੀ ਸੋਚਣੀ ਦਾ ਆਧਾਰ ਹੀ ਇਹ ਹੈ। ਤਾਂ ਉਹਨਾਂ ਦੀਆਂ ਲਿਖਤਾਂ ਨੇ ਵੀ ਸਾਨੂੰ ਕਾਫੀ ਮਦਦ ਇਸ ਮਾਮਲੇ 'ਚ ਦਿੱਤੀ ਅਤੇ ਉਹਦੇ ਨਾਲ ਹੀ ਭਾਰਤ ਵਾਲਾ ਚੈਪਟਰ ਕਹਿ ਲਓ ਖੁੱਲ੍ਹ ਗਿਆ ਕਿ ਅਸੀਂ ਜਿੰਨੀ ਦੇਰ ਜੇ ਆਪਦੀ ਭਾਰਤੀ ਸੁਸਾਇਟੀ ਨੂੰ ਨਹੀਂ ਸਮਝਾਂਗੇ ਤਾਂ ਫਿਰ ਅਸੀਂ ਇਹ ਥਿਊਰੀ ਨੂੰ
ਪੂਰੀ ਤਰ੍ਹਾਂ ਇਹਨੂੰ ਜਿਹੜਾ ਡਿਵੈਲਪ ਨਹੀਂ ਕਰ ਸਕਦੇ। ਹੁਣ ਭਾਰਤੀ ਸਮਾਜ ਦੀਆਂ ਆਪਦੀ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ। ਉਦਾਹਰਨ ਦੇ ਤੌਰ 'ਤੇ ਸਾਡੇ ਜਾਤ ਪਾਤੀ ਸਮਾਜ ਤਾਂ ਹੈ ਹੁਣ, ਪਰ ਕੀ ਅਸੀਂ ਜਿਹੜੀਆਂ ਵੱਖ-ਵੱਖ ਧਿਰਾਂ ਨੇ ਜਾਤ ਪਾਤੀ ਨਜ਼ਰੀਏ ਤੋਂ, ਕੀ ਉਹਨਾਂ ਨੂੰ ਅਸੀਂ ਕਹੀਏ ਕਿ ਵੀ ਇਹ ਦਲਿਤ ਸੱਭਿਆਚਾਰ ਹੈ, ਇਹ ਬ੍ਰਾਹਮਣ ਸੱਭਿਆਚਾਰ ਹੈ? ਕੀ ਅਸੀਂ ਇਸ ਤਰ੍ਹਾਂ ਸਾਨੂੰ ਮਤਲਬ ਸੱਭਿਆਚਾਰ ਸ਼ਬਦ ਉਹਨਾਂ ਨਾਲ ਜੋੜਨਾ ਚਾਹੀਦਾ ਹੈ ਕਿ ਨਹੀਂ ਜੋੜਨਾ ਚਾਹੀਦਾ? ਕਿ ਜਿਸ ਤਰ੍ਹਾਂ ਅਸੀਂ ਜੇ ਸ਼ਬਦ ਵਰਤਦੇ ਸੀ ਵੀ ਇਹ ਐਲੀਟ ਕਲਚਰ ਹੈ, ਤਾਂ ਜਿਵੇਂ ਜਦੋਂ ਮਾਰਕਸਵਾਦ ਆਇਆ ਅਤੇ ਅਸੀਂ ਕਿਤੇ ਪ੍ਰੋਲਟੇਰੀਅਨ ਕਲਚਰ ਦੀ ਵੀ ਗੱਲ ਹੋਣ ਲੱਗੀ। ਜੇ ਤੁਸੀਂ ਖਾਸ ਤੌਰ 'ਤੇ ਰੇਮੰਡ ਵਿਲੀਅਮ ਦੇ ਸੱਭਿਆਚਾਰ 'ਤੇ ਕੰਮ ਨੂੰ ਪੜ੍ਹੋਗੇ ਤਾਂ ਜਿਹੜਾ ਇਹ, ਕਿਉਂਕਿ ਭਾਰਤੀ ਸਮਾਜ ਦੇ ਵਿੱਚ ਜਿਹੜੀ ਸ਼੍ਰੇਣੀ ਵੰਡ ਹੈਗੀ ਹੈ, ਉਹ ਸ਼੍ਰੇਣੀ ਵੰਡ ਬਿਲਕੁਲ ਉਹਨੂੰ ਤੁਸੀਂ ਫੁੱਟਾ ਧਰ ਕੇ ਲਕੀਰ ਕੱਢ ਕੇ ਨਹੀਂ ਉਹਨੂੰ ਵੇਖ ਸਕਦੇ। ਉਹ ਬੜੀ ਉਹਦੇ 'ਚ ਗ੍ਰੇ ਏਰੀਆਜ਼ ਬਹੁਤ ਨੇ। ਉਹਦੇ 'ਚ ਇੱਕ ਚੀਜ਼ 'ਚ ਦੂਜੀ ਚੀਜ਼ ਮਿਕਸ ਹੋਈ ਪਈ ਹੈਗੀ ਹੈ ਕਿ ਤੁਹਾਨੂੰ ਮਤਲਬ ਉਹ ਚੀਜ਼ਾਂ ਥੋੜ੍ਹਿਆਂ ਕੀਤੇ ਤੁਸੀਂ ਉਹਨਾਂ ਦੀ ਲੈਬਲਿੰਗ ਕਰਨ ਤੋਂ ਬਹੁਤ ਤੁਹਾਨੂੰ ਸੰਕੋਚ ਹੁੰਦਾ ਕਿ ਅਸੀਂ ਇਹਦੇ ਲਈ ਸ਼ਬਦ ਇਹ ਵਰਤੀਏ ਕਿ ਨਾ ਵਰਤੀਏ, ਇਹ ਵਿਸ਼ੇਸ਼ਣ ਇੱਥੇ ਜਚੂਗਾ ਕਿ ਨਹੀਂ ਜਚੂਗਾ, ਇਹਨੂੰ ਇਹ ਪ੍ਰਭਾਸ਼ਿਤ ਕਰ ਸਕੂਗਾ ਕਿ ਨਹੀਂ ਕਰ ਸਕੂਗਾ। ਜਿਵੇਂ ਪੰਜਾਬੀ ਸੱਭਿਆਚਾਰ ਦੀਆਂ ਆਪਾਂ ਗੱਲਾਂ ਕੀਤੀਆਂ, ਸੇਮ ਹੀ ਮਤਲਬ ਭਾਰਤੀ ਸੱਭਿਆਚਾਰ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਉਹ ਵੇਖਣ ਨੂੰ ਮਿਲੀਆਂ, ਜਿਨ੍ਹਾਂ 'ਤੇ ਅਜੇ ਬਹੁਤਾ ਅਧਿਐਨ ਕਿਸੇ ਨੇ ਵੀ ਨਹੀਂ ਕੀਤਾ। ਇਹ ਤਾਂ ਅਜੇ ਬਹੁਤ ਮੁੱਢਲਾ ਅਤੇ ਐਲੀਮੈਂਟਰੀ ਕੰਮ ਹੈ। ਪਰ ਜਦੋਂ ਲੈ ਦੇ ਕੇ ਜਾਣੀ ਜਦੋਂ ਇਹ ਕੰਮ ਕਰ ਲਿਆ, ਰਾ ਮਟੀਰੀਅਲ ਤਾਂ ਬਹੁਤ ਸਾਰਾ ਇਕੱਠਾ ਹੋ ਗਿਆ, ਪਰ ਉਹ ਸੋਲਿਡ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਜਦੋਂ ਥੀਸਿਸ ਚਲੋ ਹੋ ਗਿਆ, PhD ਹੋ ਗਈ, ਤਾਂ ਸੁਖਪ੍ਰੀਤ ਨੂੰ ਲੱਗਿਆ ਕਿ ਵੀ ਉਦੋਂ ਤੱਕ ਹੋਰ ਕੋਈ ਬਹੁਤਾ ਇੱਧਰ ਉੱਧਰ ਕੋਈ ਆਰਟੀਕਲ ਬਹੁਤੇ ਮਿਲਦੇ ਨਹੀਂ ਸੀ, ਤਾਂ ਫਿਰ ਵੀ ਉਹਨੂੰ ਲੱਗਿਆ ਕਿ ਵੀ ਇਹਨੂੰ ਥੋੜ੍ਹਾ ਜਿਹਾ ਜਿਹੜਾ ਇਸ ਵਿਸ਼ੇ ਨੂੰ ਹੋਰ ਥੋੜ੍ਹਾ ਫੈਲਾਇਆ ਜਾਵੇ। ਤਾਂ ਉਹਦੇ ਉਸੇ ਸਮੇਂ ਦੌਰਾਨ ਹੀ ਇੱਕ ਸੈਮੀਨਾਰ ਹੋਇਆ ਦਿੱਲੀ ਦੇ ਵਿੱਚ, ਜਿੱਥੇ ਕੁਝ ਲੋਕਾਂ ਨੇ ਪੇਪਰ ਪੜ੍ਹੇ, ਪਰ ਇਸ ਗੱਲ ਤੋਂ ਬਹੁਤ ਜ਼ਿਆਦਾ ਅਲਰਟ ਹੋ ਕੇ ਨਹੀਂ ਪੜ੍ਹੇ ਕਿ ਵੀ ਅਸੀਂ ਇੱਕ ਨਵੀਂ ਥਿਊਰੀ ਨੂੰ ਹੈਂਡਲ ਕਰ ਰਹੇ ਹੈਗੇ ਆ। ਪਰ ਉੱਥੇ ਜਿਹੜਾ ਕੀ ਨੋਟ ਪੜ੍ਹਿਆ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ, ਉਹ ਬਹੁਤ ਮਤਲਬ ਇੱਕ ਕਹਿ ਲਓ ਵੀ ਬਹੁਤ ਹੀ ਕਮਾਲ ਦੀ ਉਹਨਾਂ ਦੀ ਸਮਝ ਹੈਗੀ ਆ, ਅਤੇ ਉਹਨਾਂ ਨੇ ਉਹਨੂੰ ਪੂਰੇ ਵਿਸ਼ਵ ਨਾਲ ਜਿਹੜਾ ਹੈ ਜੋੜਿਆ। ਅਤੇ ਜਿਹੜੀਆਂ ਗੱਲਾਂ ਅਸੀਂ ਗੁਰਪ੍ਰੀਤ ਮਹਾਜਨ ਦੇ ਥੀਸਿਸ ਦੇ ਵਿੱਚ ਪੜ੍ਹੀਆਂ ਸੀਗੀਆਂ ਕਿ ਵੀ ਕਈ ਵਾਰੀ ਭਾਰੂ ਸੱਭਿਆਚਾਰ ਕੀ ਕਰਦਾ ਹੈਗਾ ਕਿ ਉਹ ਬਹੁਤ ਸਾਰੇ ਇਮੈਜਰੀ ਨੂੰ, ਬਹੁਤ ਸਾਰੇ ਚਿੰਨ੍ਹਾਂ ਨੂੰ ਜਿਹੜਾ ਉਹ ਇਸ ਢੰਗ ਦੇ ਨਾਲ ਆਮ ਦੂਜੇ ਸੱਭਿਆਚਾਰਾਂ ਦੇ ਵਿੱਚ ਪ੍ਰਚਲਿਤ ਕਰਦਾ ਹੈ ਕਿ ਜਿਹਦੇ ਨਾਲ ਉਹਦੀ ਹੈਜਮਨੀ ਬਣਦੀ ਔਰ ਹੈਜਮਨੀ ਉਹਦੀ ਪਕੜ ਜ਼ਿਆਦਾ ਵੱਧਦੀ ਜਾਂਦੀ ਹੈ। ਪਰ ਨਵਾਂ ਤੱਥ ਇਹ ਵੀ ਸਾਹਮਣੇ ਆਇਆ, ਇਹ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਉੱਥੇ ਮਤਲਬ ਪਹਿਲੀ ਵਾਰੀ ਇਹਦੇ ਵੱਲ ਜ਼ਿਕਰ ਕੀਤਾ। ਉਹ ਕਹਿੰਦਾ ਕਿ ਵੀ ਜਿਹੜੀਆਂ ਛੋਟੀਆਂ ਧਿਰਾਂ ਨੇ ਸੱਭਿਆਚਾਰ ਦੇ ਪੱਖੋਂ, ਉਹ ਕੀ ਕਰਦੀਆਂ ਹੈ ਕਿ ਵੀ ਆਪਣੀ ਹੋਂਦ ਨੂੰ, ਆਪਣੇ ਵਿਰਸੇ ਦੇ ਨਾਂ 'ਤੇ, ਆਪਣੀ ਪਰੰਪਰਾ ਨੂੰ ਬਚਾਉਣ ਦੇ ਨਾਂ 'ਤੇ ਉਹ ਉਹਨਾਂ ਕਦਰਾਂ ਕੀਮਤਾਂ ਨੂੰ ਵੀ ਜਿਹੜਾ ਹਾਈਲਾਈਟ ਕਰਨੀਆਂ ਸ਼ੁਰੂ ਕਰ ਦਿੰਦੀਆਂ ਕਿ ਜਿਹੜੀਆਂ ਸੁਭਾਅ ਵਜੋਂ ਰੂੜੀਵਾਦੀ ਹੁੰਦੀਆਂ, ਜਿਹੜੀਆਂ ਪ੍ਰੋਗਰੈਸਿਵ ਨਹੀਂ ਹੁੰਦੀਆਂ, ਉਹਨਾਂ ਨੇ ਬੜੀ ਉਦਾਹਰਨ, ਬਹੁਤ ਸਾਰੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਅਤੇ ਇੱਕ ਉਦਾਹਰਨ ਜਿਹੜੀ ਇਸ ਕਿਤਾਬ ਦੇ ਵਿੱਚ ਤੁਸੀਂ ਉਹਨਾਂ ਦਾ ਆਰਟੀਕਲ ਪੜ੍ਹੋਗੇ, ਬਹੁਤ ਹੀ ਖੂਬਸੂਰਤ ਆਰਟੀਕਲ ਹੈ। ਤਾਂ ਇੱਕ ਉਦਾਹਰਨ ਉਹਨਾਂ ਨੇ ਕਿ ਵੀ ਜਿਹੜਾ ਖਾਸ ਤੌਰ 'ਤੇ ਮੁਸਲਿਮ ਸਮਾਜਾਂ ਦੇ ਵਿੱਚ ਜਾਂ ਕੁਛ ਅਫਰੀਕਨ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹ ਕੁੜੀਆਂ ਦੀ ਜਿਹੜੀ ਹੈਗੀ ਆ ਉਹ ਮਿਊਟੇਸ਼ਨ ਸ਼ਾਇਦ ਸ਼ਬਦ ਉਹਨਾਂ ਨੇ ਵਰਤਿਆ ਹੈਗਾ, ਉਹ ਕੀਤੀ ਜਾਂਦੀ ਹੈਗੀ, ਸੁੰਨਤ ਕੀਤੀ ਜਾਂਦੀ ਇੱਕ ਤਰ੍ਹਾਂ ਦੀ। ਤਾਂ ਉਹ ਕਹਿੰਦੇ ਵੀ ਇਹਨੂੰ, ਇਸ ਗੱਲ ਨੂੰ ਕੀ ਅਸੀਂ ਹਾਈਲਾਈਟ ਕਰ ਸਕਦੇ ਵੀ ਇਹ ਤਾਂ ਸਾਡੀ ਟਰਡੀਸ਼ਨ ਹੈ ਜੀ। ਇਸੇ ਤਰ੍ਹਾਂ ਸਾਡੇ ਸੱਭਿਆਚਾਰ 'ਚ ਬਹੁਤ ਸਾਰੀਆਂ ਨੇ, ਇਸ ਹਰੇਕ ਸੱਭਿਆਚਾਰ ਦੇ ਵਿੱਚ
ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ। ਉਹ ਕਹਿੰਦੇ ਕਿ ਵੀ ਅਸੀਂ ਬਹੁਤ ਸੱਭਿਆਚਾਰਵਾਦ ਦੇ ਨਹੀਂ ਸਾਡਾ ਇਸ ਗੱਲ ਵੱਲ ਨਹੀਂ ਧਿਆਨ ਖਿੱਚਿਆ ਕਿ ਜਿਵੇਂ ਰਾਜਨੀਤੀ ਕਰਦਾ ਹੈ ਭਾਰੂ ਸੱਭਿਆਚਾਰ, ਇਵੇਂ ਹੀ ਰਾਜਨੀਤੀ ਕਰਦਾ ਹੈ ਬਹੁਤ ਵਾਰੀ ਲਘੂ ਜਾਂ ਛੋਟਾ ਸੱਭਿਆਚਾਰ ਜਿਹੜਾ ਹੈਗਾ ਉਹ ਵੀ ਇਸ ਤਰ੍ਹਾਂ ਦੀ ਰਾਜਨੀਤੀ ਕਰਦਾ। ਅਤੇ ਉਹਨੂੰ ਵੀ ਪਛਾਣਨਾ ਓਡਾ ਹੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਵਿਰਸੇ ਦੇ ਨਾਂ 'ਤੇ, ਪਰੰਪਰਾ ਦੇ ਨਾਂ 'ਤੇ ਉਸ ਸਭ ਕੁਛ ਨੂੰ ਜਿਉਂਦਾ ਨਹੀਂ ਰੱਖਣਾ ਜਿਹੜਾ ਮਨੁੱਖ ਵਿਰੋਧੀ ਹੈ, ਜਿਹੜਾ ਸਾਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਹਦੇ 'ਚ ਆਉਣੀਆਂ ਸ਼ੁਰੂ ਹੋਈਆਂ। ਪਰ ਬਾਕੀ ਲੋਕਾਂ ਨੇ ਜਿਹੜੇ ਉੱਥੇ ਪੇਪਰ ਪੜ੍ਹੇ ਉਹਨਾਂ 'ਚੋਂ ਬਹੁਤੇ ਪੇਪਰ ਉਹ ਛਪੇ ਵੀ ਨਹੀਂ ਬਾਅਦ ਦੇ ਵਿੱਚ, ਉਹਨਾਂ 'ਚੋਂ ਇੱਕ ਦੋ ਹੀ ਛਪੇ। ਤਾਂ ਬਹੁਤ ਸੱਭਿਆਚਾਰਵਾਦ ਦੇ ਸਿਧਾਂਤ ਨੂੰ ਉਹ ਬਹੁਤ ਜਾਣੀ ਉਨੀ ਡੂੰਘਾਈ ਨਾਲ ਬਹੁਤੇ ਨਹੀਂ ਸੀ ਲੈ ਸਕੇ। ਪਰ ਉਦੋਂ ਬਾਅਦ ਜਦੋਂ ਇਹ ਗੱਲਾਂ ਸਾਹਮਣੇ ਆ ਗਈਆਂ ਅਤੇ ਸਾਡਾ ਇਹ ਬਣ ਗਿਆ ਕਿ ਵੀ ਅਸੀਂ ਇਸ ਵਿਸ਼ੇ 'ਤੇ ਕੰਮ ਕਰਨਾ, ਤਾਂ ਫਿਰ ਇਹ ਹੋਇਆ ਕਿ ਉਚੇਚ ਨਾਲ ਵੱਖ-ਵੱਖ ਜਾਨਰਸ 'ਤੇ ਵੀ ਕੰਮ ਕਰਵਾਇਆ ਜਾਵੇ, ਵੱਖ-ਵੱਖ ਖੇਤਰਾਂ ਦੇ ਸਾਹਿਤ 'ਤੇ ਵੀ ਇਸ ਤਰ੍ਹਾਂ ਕੰਮ ਕਰਵਾਇਆ ਜਾਵੇ ਕਿ ਜਿਹਦੇ ਨਾਲ ਇਹ ਗੱਲ ਸਮਝ ਆ ਜੇ ਕਿ ਮਤਲਬ ਪਾਕਿਸਤਾਨ ਦੇ ਪ੍ਰਸੰਗ 'ਚ, ਪਾਕਿਸਤਾਨੀ ਪੰਜਾਬੀ ਸਾਹਿਤ ਦੇ ਪ੍ਰਸੰਗ 'ਚ ਇਹਦੀ ਕੀ ਗੱਲ ਹੋ ਸਕਦੀ ਹੈ, ਕਹਾਣੀ ਦੇ ਪ੍ਰਸੰਗ 'ਚ ਇਹ ਗੱਲ ਕਿਵੇਂ ਸਮਝੀ ਜਾ ਸਕਦੀ ਹੈ, ਨਾਵਲ ਦੇ ਮਾਧਿਅਮ ਰਾਹੀਂ ਇਹ ਗੱਲ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ, ਇਸ ਤਰ੍ਹਾਂ। ਅਤੇ ਤਾਂ ਇਸ ਕਿਤਾਬ ਦੇ ਹੌਲੀ ਹੌਲੀ ਬਣਦੇ ਇਸ ਤਰ੍ਹਾਂ ਦੇ 6 ਭਾਗ ਬਣ ਗਏ ਕਿ ਉਹਦੇ ਨਾਲ ਲਗਭਗ ਸਾਰੇ ਪੱਖ ਜਿਹੜੇ ਹੈਗੇ ਆ ਕਵਰ ਹੁੰਦੇ ਆ। ਅਤੇ ਪਰ ਇਹ ਨਹੀਂ ਕਹਿ ਸਕਦੇ ਅਜੇ ਤੱਕ ਕਿ ਵੀ ਉਹ ਹਰੇਕ ਪੱਖ 'ਤੇ ਬਹੁਤ ਡੂੰਘਾਈ ਵਾਲਾ ਜਿਹੜਾ ਹੈਗਾ ਉਹ ਮਟੀਰੀਅਲ ਹੈਗਾ, ਉਹ ਅਜੇ ਭਵਿੱਖ 'ਚ ਤਿਆਰ ਹੋਣਾ। ਇਹਦੇ ਨਾਲ ਇੱਕ ਰੂਪ ਰੇਖਾ ਜ਼ਰੂਰ ਬਣ ਗਈ ਕਿਉਂਕਿ ਇਹ ਜਦੋਂ ਕੋਈ ਵੀ ਨਵਾਂ ਸਿਧਾਂਤ, ਨਵਾਂ ਜਿਹੜਾ ਸੋਚਣ ਦਾ ਨਜ਼ਰੀਆ, ਨਵੀਂ ਦ੍ਰਿਸ਼ਟੀ ਆਉਂਦੀ ਆ ਤਾਂ ਉਹ ਤੁਹਾਨੂੰ ਡਾਟਾ ਤਾਂ ਉਹੀ ਹੁੰਦਾ, ਉਸੇ ਡਾਟੇ ਨੂੰ ਹੀ ਮਾਰਕਸਵਾਦੀ ਨਜ਼ਰੀਏ ਤੋਂ ਵੇਖਿਆ ਜਾਣਾ ਹੈ, ਉਸੇ ਡਾਟੇ ਨੂੰ ਹੀ ਹੋਰ ਨਜ਼ਰੀਏ ਤੋਂ ਦੇਖਿਆ ਜਾਣਾ ਹੈ। ਪਰ ਜਦੋਂ ਤੁਸੀਂ ਉਸੇ ਹੀ ਡਾਟੇ ਨੂੰ, ਉਸੇ ਹੀ ਉਹਨਾਂ ਹੀ ਤੱਥਾਂ ਨੂੰ ਬਹੁਤ ਸੱਭਿਆਚਾਰਵਾਦ ਦੇ ਨਜ਼ਰੀਏ ਤੋਂ ਵੇਖੋਗੇ ਤਾਂ ਤੁਹਾਨੂੰ ਜਿਹੜਾ ਹੈ ਬਿਲਕੁਲ ਨਵੇਂ ਜਿਹੜੇ ਹੈ ਉਹ ਸਿੱਟੇ ਨਜ਼ਰ ਆਉਣਗੇ। ਮੈਂ ਆਖਰ ਦੇ ਵਿੱਚ ਸਿਰਫ ਇੱਕ ਉਦਾਹਰਨ ਦੇ ਕੇ ਤੇ ਫਿਰ ਮੈਂ ਆਪਣੀ ਗੱਲ ਸਮਾਪਤ ਕਰੂੰਗਾ। ਜੇ ਤੁਸੀਂ ਪਾਕਿਸਤਾਨੀ ਪ੍ਰਸੰਗ ਦੇ ਵਿੱਚ ਦੇਖਣਾ ਹੋਵੇ ਤਾਂ ਪਿੱਛੇ ਜੇ ਇੱਕ ਕਹਾਣੀ ਕਾਫੀ ਮਸ਼ਹੂਰ ਹੋਈ ਸੀ ਖਾਲਿਦ ਫਰਹਾਦ ਧਾਰੀਵਾਲ ਦੀ, ਖਾਲੀ ਬੰਦਾ। ਪਹਿਲਾਂ ਉਹਦਾ ਨਾਂ ਸੀ ਖਾਲੀ ਖੂਲੀ ਬੰਦਾ, ਫਿਰ ਖਾਲੀ ਬੰਦਾ। ਇੱਕ ਉੱਥੋਂ ਦੇ ਸਮਾਜ ਦੇ ਹਿਸਾਬ ਨਾਲ ਉੱਥੇ ਈਸਾਈ ਤਬਕੇ ਦੀ ਭਾਈਚਾਰੇ ਦੀ ਕੀ ਸਥਿਤੀ ਹੈ ਤੁਸੀਂ ਸਾਰੇ ਜਾਣਦੇ ਆ, ਮੁਸਲਿਮ ਤਬਕੇ ਦੀ ਕੀ ਸਥਿਤੀ ਹੈ ਤੁਸੀਂ ਸਾਰੇ ਜਾਣਦੇ ਆ। ਤਾਂ ਇੱਕ ਬੰਦੇ ਨੂੰ ਇਹ ਕਿਹਾ ਜਾਂਦਾ ਹੈ ਕਿ ਵੀ ਤੂੰ ਛੋਟੇ ਜਿਹੜਾ ਹੈਗਾ ਤਬਕੇ ਦੇ ਵਿੱਚ ਜਾਂ ਉਹਦੇ 'ਚ ਆਪਦੀ ਸਥਿਤੀ ਬਦਲ ਸਕਦਾ ਹੈ ਵੀ ਜੇ ਤੂੰ ਜਿਹੜਾ ਹੈਗਾ ਮੁਸਲਿਮ ਮਤ ਨੂੰ ਗ੍ਰਹਿਣ ਕਰ ਲੈ ਤਾਂ। ਅਤੇ ਉਹਨੂੰ ਲੱਗਦਾ ਹੈ ਵੀ ਇਹਦੇ ਨਾਲ ਮੈਨੂੰ ਮਤਲਬ ਕੀ ਫਰਕ ਪੈਂਦਾ, ਜੇ ਇਹਦੇ ਨਾਲ ਮੇਰੀ ਸਥਿਤੀ ਸੁਧਰਦੀ ਹੈ ਅਤੇ ਉਹ ਈਸਾਈ ਜਿਹੜਾ ਹੈਗਾ ਜਿਹੜਾ ਜੋਜ਼ਫ ਹੈ ਉਹਦਾ ਨਾਂ ਯੂਸਫ ਰੱਖ ਦਿੱਤਾ ਜਾਂਦਾ ਹੈ, ਜਾਣੀ ਉਹ ਬਦਲ ਜਾਂਦਾ ਹੈ। ਪਰ ਜਦੋਂ ਉਹ ਮੁੜ ਕੇ ਘਰ ਆਉਂਦਾ ਅਤੇ ਉਹਦੀ ਘਰ ਵਾਲੀ ਉਹਨੂੰ ਕਹਿੰਦੀ ਹੈ ਕਿ ਵੀ ਹੁਣ ਤੂੰ ਜੋਜ਼ਫ ਤਾਂ ਰਿਹਾ ਨਹੀਂ, ਮੈਂ ਤਾਂ ਜੋਜ਼ਫ ਨਾਲ ਵਿਆਹ ਕਰਾਇਆ ਸੀ, ਇਸ ਕਰਕੇ ਹੁਣ ਆਪਣਾ ਤਾਂ ਇਸ ਤੋਂ ਬਾਅਦ ਕੋਈ ਸੰਬੰਧ ਹੈ ਨਹੀਂ। ਅਤੇ ਉਹ ਆਪਣੇ ਬੱਚੇ ਲੈ ਕੇ ਉਹ ਚਲੀ ਜਾਂਦੀ ਹੈਗੀ ਆ ਆਪਦੇ ਪੇਕੀ। ਉਹ ਫੇਰ ਸੋਚਣਾ ਸ਼ੁਰੂ ਕਰਦਾ ਵੀ ਮੈਂ ਕਹਿੰਦਾ ਸੀ ਤਾਂ ਕੁਛ ਬਦਲਿਆ ਕੀ ਹੈ, ਸਗੋਂ ਇੱਜ਼ਤ ਮਾਣ ਹੀ ਵਧਿਆ, ਅਤੇ ਪਰ ਇਹ ਤਾਂ ਕਹਿੰਦੇ ਵੀ ਸੱਚੀ ਮੁੱਚੀ ਕੁਛ ਬਦਲ ਗਿਆ। ਅਤੇ ਜਦੋਂ ਉਹ ਫਿਰ ਉਹਨਾਂ ਨੂੰ ਬਰਾਬਰੂ ਕੇ ਚਲੋ ਇੱਕ ਵਾਰੀ ਕਹਿੰਦਾ ਮੇਰੀ ਗੱਲ ਤਾਂ ਸੁਣ, ਲੈ ਕੇ ਆਉਂਦਾ ਹੈ ਅਤੇ ਉਹ ਉਹਨੂੰ ਸਮਝਾਉਂਦਾ ਤਾਂ ਉਹ ਗੱਲ ਜਾਣੀ ਬਣਦੀ ਨਹੀਂ। ਉਹ ਕਹਿੰਦੇ ਵੀ ਜੇ ਤੂੰ ਸੱਚਮੁੱਚ ਚਾਹੁੰਦਾ, ਸਾਨੂੰ ਚਾਹੁੰਦਾ ਪਰਿਵਾਰ ਰੱਖਣਾ, ਅਤੇ ਤੂੰ ਦੁਬਾਰਾ ਜਿਹੜਾ ਹੈਗਾ ਜੋਜ਼ਫ ਜਿਹੜਾ ਹੈ ਉਹ ਬਣ ਜਾ ਯੂਸਫ ਤੋਂ। ਉਹ ਕਹਿੰਦਾ ਵੀ
ਐ ਹੁਣ ਕਿਵੇਂ ਮਤਲਬ ਮੈਂ ਕਿਵੇਂ ਕੀ ਬਣ ਜਾ ਜਾਂ ਕੀ ਨਾ ਬਣ ਜਾ, ਜਾਣੀ ਉਹ ਫਿਰ ਜੋ ਮੰਨਦਾ ਨਹੀਂ ਗੱਲ ਤਾਂ ਉਹ ਚਲੇ ਜਾਂਦੇ ਆ, ਅਤੇ ਉਹ ਬੰਦਾ ਪਾਗਲ ਹੋ ਜਾਂਦਾ। ਉਹਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਇੱਕ ਸਿਰਫ ਨਾਂ ਬਦਲਣ ਨਾਲ ਜਾਂ ਇਹ ਬਦਲਣ ਨਾਲ ਮਤਲਬ ਮੇਰੇ ਅੰਦਰੋਂ ਕੀ ਬਦਲ ਗਿਆ, ਵੀ ਮੈਂ ਤਾਂ ਉਹੀ ਬੰਦਾ, ਉਹੀ ਕੰਮ ਕਰਦਾ, ਉਹੀ ਸਭ ਕੁਛ ਹਾਂ। ਤਾਂ ਇੱਕ ਜਿਹੜੀ ਪਛਾਣ ਹੈਗੀ ਆ ਉਹਦੇ ਬਦਲਣ ਨਾਲ ਕੀ ਹੋ ਗਿਆ ਇਸ ਤਰ੍ਹਾਂ, ਅਤੇ ਉਹਨੂੰ ਫਿਰ ਲੱਗਦਾ ਹੈ ਕਿ ਵੀ ਮੈਂ ਨਾ ਅੰਦਰੋਂ ਜਿਵੇਂ ਖਾਲੀ ਹੋ ਗਿਆ, ਵੀ ਮੈਂ ਨਾ ਮੁਸਲਿਮ ਰਿਹਾ ਨਾ ਮੈਂ ਈਸਾਈ ਰਿਹਾ, ਮੈਂ ਕੋਈ ਖਾਲੀ ਖੁੱਲੀ ਬੰਦਾ ਜਿਹਨੂੰ ਕੋਈ ਵੀ ਜਿਹੜਾ ਪਸੰਦ ਨਹੀਂ ਕਰੂਗਾ ਜਾਂ ਨਹੀਂ ਕਰਦਾ। ਤਾਂ ਉਸ ਤੋਂ ਬਾਅਦ ਉਹ ਜਾਨੀ ਪਾਗਲ ਹੋ ਜਾਂਦਾ। ਜਿਹੜੀਆਂ ਪਛਾਣਾਂ ਦੀ ਆਪਸੀ ਇਸ ਕਿਸਮ ਦੀ ਕਸ਼ਮਕਸ਼ ਹੁੰਦੀ ਹੈ, ਉਹ ਜਦੋਂ ਬਾਹਰੀ ਧਰਾਤਲ 'ਤੇ ਵਾਪਰਦੀ ਰਹਿੰਦੀ, ਤਾਂ ਸਾਨੂੰ ਕਈ ਵਾਰੀ ਅਸੀਂ ਉਹਨੂੰ ਨੋਟਿਸੇਬਲ ਵੀ ਨਹੀਂ ਸਮਝਦੇ, ਉਹਦਾ ਨੋਟਿਸ ਨਹੀਂ ਲੈਂਦੇ, ਜਾਂ ਉਹਨੂੰ ਸਮਝਦੇ ਵੀ ਇਹਦੇ ਨਾਲ ਕਿੱਡੀ ਕੁ ਵੱਡੀ ਜਿਹੜੀ ਗੱਲ ਵਾਪਰ ਗਈ। ਪਰ ਜਦੋਂ ਉਸੇ ਪਛਾਣ ਨੂੰ ਇਸ ਤਰ੍ਹਾਂ ਦੇ ਖਤਰੇ ਪੈਂਦੇ ਆ, ਤਾਂ ਬੰਦੇ ਨੂੰ ਲੱਗਦਾ ਕਿ ਵੀ ਮੈਂ ਤਾਂ ਕੋਈ ਜਿਵੇਂ ਬੰਦਾ ਹੀ ਨਹੀਂ ਰਿਹਾ ਅਤੇ ਕੁਛ ਹੋਰ ਚੀਜ਼ ਬਣ ਗਿਆ। ਇਹ ਜਿਹੜੇ ਲਿਟਰੇਚਰ ਹੈਗਾ, ਮੇਰਾ ਐਗਜ਼ੈਂਪਲ ਦੇਣ ਤੋਂ ਮਤਲਬ ਇਹ ਹੈਗਾ ਕਿ ਸਿਧਾਂਤ ਨੂੰ ਇੰਨੀ ਬਰੀਕੀ ਨਾਲ ਸਮਝਣਾ ਹੋਵੇ ਤਾਂ ਉਹਦੇ 'ਚ ਲਿਟਰੇਚਰ ਜਿਹੜਾ ਹੈਗਾ, ਸਾਹਿਤ, ਉਹ ਸਾਡੀ ਮਦਦ ਇਸ ਰੂਪ ਦੇ ਵਿੱਚ ਕਰਦਾ। ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਸਾਰਿਆਂ ਨੇ ਆਧਾਰ ਬਣਾ ਕੇ, ਡਾਕਟਰ ਰਜਿੰਦਰਪਾਲ ਬਰਾੜ ਹੋਰਾਂ ਦਾ ਉਹਦੇ 'ਚ ਲੇਖ ਹੈ, ਇਹਨਾਂ ਨੇ ਪੰਜਾਬੀ ਕਵਿਤਾ ਨੂੰ ਆਧਾਰ ਬਣਾ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਭਣ ਦਾ ਯਤਨ ਕੀਤਾ, ਇਸ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇਣ ਦਾ ਜਿਹੜਾ ਹੈ ਉਹ ਯਤਨ ਕੀਤਾ। ਆਪਣੇ ਵਿਭਾਗ ਦੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦਾ ਨਾਟਕ 'ਤੇ, ਕਿਉਂਕਿ ਉਹ ਨਾਟਕ 'ਤੇ ਵਿਸ਼ੇਸ਼ੱਗ ਨੇ, ਉਹਨਾਂ ਨੇ ਨਾਟਕ 'ਤੇ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਕੀਤਾ। ਤਾਂ ਉਹ ਕਾਫੀ ਲੰਬਾ ਲੇਖ ਹੈ, ਅਤੇ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਵੇਂ ਵਕਤ ਨਹੀਂ ਨਿਕਲ ਰਿਹਾ, ਅਤੇ ਬਹੁਤ ਟਾਈਮ ਲਿਆ ਉਹਨਾਂ ਨੇ ਕਾਫੀ, ਪਰ ਜਦੋਂ ਲਿਖਣ ਲੱਗ ਪਏ ਤਾਂ ਇਸ ਸਿਧਾਂਤ ਦੇ ਵਿੱਚ ਇੰਨੀ ਕੁ ਸ਼ਕਤੀ ਹੈਗੀ ਹੈ ਕਿ ਉਹਨਾਂ ਨੂੰ ਇੰਨਾ ਦਿਲਚਸਪ ਲੱਗਿਆ ਕਿ ਫਿਰ 30-35 ਪੇਜਾਂ ਦਾ ਆਰਟੀਕਲ ਜਿਹੜਾ ਹੈਗਾ ਉਹ ਪੂਰੀ ਡਿਟੇਲ ਦੇ ਵਿੱਚ ਸਾਰੇ ਨਾਟਕ ਬਾਰੇ ਲਿਖਿਆ ਉਹਨਾਂ ਨੇ। ਡਾਕਟਰ ਗੁਰਮੁਖ ਸਿੰਘ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਜਿਹੜੇ ਫੀਲਡ 'ਤੇ ਇਹਨਾਂ ਦੀ ਦਿਲਚਸਪੀ ਪਿਛਲੇ ਲੰਮੇ ਸਮੇਂ ਤੋਂ ਬਣੀ ਹੋਈ ਹੈ, 47 ਦੇ ਪ੍ਰਸੰਗ ਦੇ ਵਿੱਚ ਔਰ 84 ਦੇ ਸੰਕਟ ਦੇ ਪ੍ਰਸੰਗ ਦੇ ਵਿੱਚ। ਤਾਂ ਇਹਨਾਂ ਨੇ ਇਹ ਘਟਨਾਵਾਂ ਜਾਂ ਜਿਹੜੀਆਂ ਵਾਪਰੀਆਂ ਸਾਡੇ ਇਤਿਹਾਸ ਦੇ ਵਿੱਚ, ਇਹਨਾਂ ਨੇ ਸਾਡੇ ਮੂਹਰੇ ਬਹੁਤ ਵੱਡੇ ਪ੍ਰਸ਼ਨ ਪੈਦਾ ਕੀਤੇ ਹੈ, ਸਾਰੀਆਂ ਚੀਜ਼ਾਂ ਨੂੰ ਲੈ ਕੇ, ਹੋਂਦ ਨੂੰ ਲੈ ਕੇ ਵੀ ਅਤੇ ਸੱਭਿਆਚਾਰ ਨੂੰ ਲੈ ਕੇ ਵੀ ਇਸ ਤਰ੍ਹਾਂ ਦੇ ਪੈਦਾ ਕੀਤੇ ਸਵਾਲ ਸਾਡੇ ਸਾਹਮਣੇ। 47 ਦੇ ਵਿੱਚ ਜਿਵੇਂ ਸਾਨੂੰ ਲੱਗਣ ਲੱਗ ਪਿਆ ਵੀ ਕੀ ਮਤਲਬ ਅਸੀਂ ਭਾਸ਼ਾ ਸਾਂਝੀ ਹੋਣ ਦੇ ਬਾਵਜੂਦ ਕੀ ਅਸੀਂ ਸਾਰੇ, ਜੇ ਧਰਮ ਸਾਡੇ ਵੱਖਰੇ ਹੈ ਤਾਂ ਕੀ ਅਸੀਂ ਫੇਰ ਪੰਜਾਬੀ ਨਹੀਂ ਰਹੇ, ਕੀ ਅਸੀਂ ਸਾਂਝਾ ਪੰਜਾਬ ਦੀ ਥਾਂ 'ਤੇ ਜੇ ਹੁਣ ਵੰਡਿਆ ਗਿਆ, ਕੀ ਅਸੀਂ ਦੋ ਦੇਸ਼ਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਲੋਕ ਸਹਿਹੋਂਦ ਨਹੀਂ ਸਾਡੀ ਰਹਿ ਸਕਦੀ। ਬੜੇ ਵੱਡੇ ਸਵਾਲ ਨੇ। ਇਸੇ ਤਰ੍ਹਾਂ ਦੇ ਸਵਾਲ 84 ਵੇਲੇ ਵੀ ਪੈਦਾ ਹੋਏ, ਜਦੋਂ ਪਾਤਰ ਸਾਹਿਬ ਨੇ ਕਿਹਾ ਪਹਿਲਾਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਵਾਲੀ ਲਾਈਨਾਂ ਤੁਸੀਂ ਜਾਣਦੇ ਆ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ, ਉਦੋਂ ਵੀ ਇਹ ਸਵਾਲ ਪੈਦਾ ਹੋਏ। ਜਾਣੀ ਇਹ ਸਵਾਲ ਪੈਦਾ ਹੁੰਦੇ ਰਹਿਣੇ ਔਰ ਇਹਨਾਂ ਨੂੰ ਅਸੀਂ ਸਮਝਦੇ ਰਹਿਣਾ। ਅਤੇ ਇਹ ਜਿਹੜਾ ਸਿਧਾਂਤ ਹੈ, ਇਹਨੇ ਸਾਨੂੰ ਨਵਾਂ ਇੱਕ ਜਾਵੀਆ ਦਿੱਤਾ, ਨਵਾਂ ਢੰਗ ਤਰੀਕਾ ਦਿੱਤਾ ਸੋਚਣ ਦਾ, ਆਪਦੇ ਬਾਰੇ, ਆਪਦੀ ਹੋਂਦ, ਆਪਦੀ ਪਛਾਣ, ਆਪਣੀ ਸੱਭਿਆਚਾਰਕ ਆਇਡੈਂਟੀਟੀ ਬਾਰੇ ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਸੋਚਣ ਦਾ ਮੌਕਾ ਮਿਲਿਆ। ਤੁਸੀਂ ਰਿਸਰਚ ਸਕੋਲਰਾਂ ਨੇ ਇਸ ਦਿਸ਼ਾ ਵੱਲ ਬਹੁਤ ਅੱਗੇ ਵਧਣਾ, ਇਹ ਤਾਂ ਅਜੇ ਤੱਕ ਇੱਕ ਤਰ੍ਹਾਂ ਨਾਲ ਕਹਿ ਲਓ ਬੁਨਿਆਦੀ ਕਿਸਮ ਦਾ ਕੰਮ ਹੈ। ਤਾਂ ਇੰਨੀਆਂ ਕੁ ਗੱਲਾਂ, ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਤਾਂ ਇਹ ਜਸਟ ਭੂਮਿਕਾ ਮੈਂ ਜ਼ਿਆਦਾ ਸਮਾਂ ਇਸ ਕਰਕੇ ਲਿਆ ਥੋੜ੍ਹਾ ਜਿਹਾ ਕਿ ਵੀ ਚਲੋ, ਕਿਉਂਕਿ ਮੈਂ ਥੋੜ੍ਹਾ ਜਿਹਾ ਇਹਦੇ 'ਤੇ ਫੋਕਸ ਹੋ ਕੇ ਕੰਮ ਕੀਤਾ ਕਈ ਸਾਲ। ਤਾਂ ਨਾਲ ਸਟੂਡੈਂਟ ਦੇ ਤੁਸੀਂ ਪੜ੍ਹਦੇ ਵੀ ਰਹਿੰਦੇ ਆ। ਬਲਕਿ ਮੈਂ ਤਾਂ ਵਰਮਾ ਸਾਹਿਬ ਨੇ ਇੱਕ ਕਮੈਂਟ ਕੀਤਾ ਕਿ ਜਦੋਂ ਉਹਨਾਂ ਨੂੰ ਮੈਂ ਉਹ ਕਿਤਾਬ ਦਿੱਤੀ ਮਲਟੀਕਲਚਰਲ ਪਾਥ, ਉਹਦੀ ਫੋਟੋ ਕਾਪੀ ਕਰਾ ਕੇ ਦਿੱਤੀ ਵੀ ਤੁਸੀਂ ਇਹਨੂੰ ਪਹਿਲਾਂ ਮਾੜਾ ਜਿਹਾ ਪੜ੍ਹ ਲਓ, ਫਿਰ ਤੁਸੀਂ ਲਿਖਣ 'ਚ ਸੌਖ ਰਹੋਗੇ।
ਤਾਂ ਉਹ ਕਹਿੰਦੇ, ਉਹਨਾਂ ਨੇ ਵਧੀਆ ਕਮੈਂਟ ਕੀਤਾ, ਉਹ ਕਹਿੰਦੇ ਬਲਦੇਵ ਮੈਨੂੰ ਐਂ ਲੱਗਦਾ ਵੀ ਮੈਂ ਨਾ 2 ਕਿਤਾਬਾਂ ਪੜ੍ਹ ਲਈਆਂ, ਇੱਕ ਗੁਰਪ੍ਰੀਤ ਮਹਾਜਨ ਦੀ ਔਰ ਇੱਕ ਤੇਰੀ, ਕਿਉਂਕਿ ਮੈਂ ਨਾ ਨਾਲ ਲਿਖੀ ਜਾਂਦਾ ਰਹਿਣਾ, ਉਹਦੇ ਨਾਲ ਲਿਖਾਂ ਲਾ ਕੇ ਲਿਖੀ ਜਾਂਦਾ ਰਹਿਣਾ, ਇੱਥੇ ਦਾ ਆਹ ਮਤਲਬ ਹੈ, ਇੱਥੇ ਆਹ ਮਤਲਬ ਹੋਊਗਾ, ਮੈਨੂੰ ਐਂ ਸਮਝ ਆਇਆ ਇਸ ਤਰ੍ਹਾਂ। ਤਾਂ ਇਹ ਅਜੇ ਤੱਕ ਕਿਉਂਕਿ ਪੰਜਾਬੀ ਦੇ ਵਿੱਚ ਇਹ ਮਟੀਰੀਅਲ ਆ ਗਿਆ ਹੁਣ, ਤਾਂ ਇਹਨੂੰ ਬੇਸ ਬਣਾ ਕੇ ਤੁਸੀਂ ਹੋਰ ਅੱਗੇ ਤੁਰ ਸਕਦੇ ਆ। ਇਹ ਵਿਦਵਾਨ ਤੁਹਾਡੇ ਨਾਲ ਹੀ ਨੇ ਜਿਨ੍ਹਾਂ ਨੇ ਇਹਦੇ 'ਚ ਕੰਮ ਵੀ ਕੀਤਾ, ਲਿਖਿਆ ਵੀ ਆ। ਅਤੇ ਸੁਰਜੀਤ ਦੇ ਵਿੱਚ ਇੱਕ ਗੱਲ ਤੁਸੀਂ ਵੇਖੀ ਹੋਣੀ ਹੈ ਕਿ ਉਹ ਆਮ ਤੌਰ 'ਤੇ ਵਿਦਿਆਰਥੀਆਂ ਨਾਲ, ਖਾਸ ਤੌਰ 'ਤੇ ਰਿਸਰਚ ਸਕਾਲਰਸ ਨਾਲ ਬਹੁਤ ਇਨਵੋਲਵ ਹੋ ਕੇ ਜਿਹੜਾ ਹੈ ਕੰਮ ਕਰਦਾ। ਉਹਦੇ ਨਾਲ ਕੀ ਕਰਦਾ, ਬੰਦਾ ਆਪ ਵੀ ਸਿੱਖਦਾ ਅਤੇ ਵਿਦਿਆਰਥੀ ਤਾਂ ਚਲੋ ਕੰਮ ਕਰਦਾ ਹੀ ਹੈ। ਕਿਸੇ ਬੰਦੇ ਕੋਲ ਕੋਈ ਇਸ ਤਰ੍ਹਾਂ ਦੀ ਐਬਸੋਲਿਊਟ ਕਿਸਮ ਦੀ ਥਿੰਕਿੰਗ ਜਾਂ ਉਸ ਤਰ੍ਹਾਂ ਦੀ ਸੋਚ ਨਹੀਂ ਹੁੰਦੀ ਕਿ ਸਾਰਾ ਕੁਝ ਮੈਨੂੰ ਹੀ ਪਤਾ। ਜਦ ਤੁਸੀਂ ਨਵੇਂ ਵਿਦਿਆਰਥੀ ਨਾਲ ਕੰਮ ਕਰਦੇ ਆ ਤਾਂ ਬਿਲਕੁਲ ਹੀ ਉਹਦੇ 'ਚ ਐਨਰਜੀ ਹੁੰਦੀ ਹੈ। ਜੇ ਤੁਹਾਡੇ ਕੋਲ ਥੋੜ੍ਹੀ ਬਹੁਤੀ ਰਿਸਰਚ ਮੈਥਡੋਲੋਜੀ ਹੈਗੀ ਹੈ ਤਾਂ ਉਹਦੇ ਕੋਲ ਇੱਕ ਨਵੀਂ ਕਿਸਮ ਦੀ ਐਨਰਜੀ ਹੁੰਦੀ ਹੈ। ਉਹ ਨਵੀਆਂ ਗੱਲਾਂ ਤੁਹਾਨੂੰ ਜਿਹੜਾ ਹੈ ਹੋਰ ਤੁਹਾਨੂੰ ਅੱਗੇ ਲੈ ਕੇ ਜਾਣ ਵਾਲੀਆਂ ਹੁੰਦੀਆਂ। ਇਹਦੇ 'ਚ ਇੱਕ ਆਰਟੀਕਲ ਸਾਡੇ ਕੋਰਸਪੋਂਡੈਂਸ ਡਿਪਾਰਟਮੈਂਟ ਦੇ ਵਿੱਚੋਂ ਇੱਕ ਮੈਡਮ ਨੇ, ਡਾਕਟਰ ਅਮਨਦੀਪ ਕੌਰ, ਉਹਨਾਂ ਦਾ ਉਹ ਸੋਸ਼ਲ ਸਾਇੰਸ ਦੇ ਨੇ, ਪਰ ਉਹਨਾਂ ਨਾਲ ਕੰਮ ਕਰਦਿਆਂ ਵੀ ਮੈਂ ਇਹ ਮਹਿਸੂਸ ਕੀਤਾ ਕਿ ਜਿਹੜੇ ਇਹ ਬਾਹਰਲੇ ਵਿਸ਼ਿਆਂ ਦੇ ਸਬਜੈਕਟ, ਇਹਨਾਂ ਦੇ ਜਿਹੜੇ ਟੀਚਰ ਨੇ ਉਹ ਵੀ ਤੁਹਾਨੂੰ ਬੜਾ ਨਵੀਆਂ ਗੱਲਾਂ ਕੁਝ ਸਿਖਾ ਸਕਦੇ ਹੈਗੇ ਆ। ਅਤੇ ਗਿਆਨ ਦਾ ਜਿਹੜਾ ਮਾਰਗ ਹੈ ਉਹਦੇ ਬਾਰੇ ਤਾਂ ਕਿਹਾ ਹੀ ਜਾਂਦਾ। ਮੇਰੇ ਤਾਂ ਟੀਚਰ ਇਹੀ ਗੱਲ ਕਹਿੰਦੇ ਹੁੰਦੇ ਸੀ, ਇਹ ਕੋਈ ਇੰਡੀਵਿਜੂਅਲ ਐਕਟੀਵਿਟੀ ਨਹੀਂ ਗੀ, ਇਹ ਤਾਂ ਬਲਕਿ ਟੀਮ ਵਰਕ ਆ। ਕੋਈ ਵੀ ਤੁਸੀਂ ਭਾਵੇਂ ਲਿਖਦੇ ਇਕੱਲੇ ਹੀ ਆ, ਪਰ ਉਹ ਇਕੱਲੇ ਵਾਲੀ ਗੱਲ ਨਹੀਂ ਹੁੰਦੀ, ਇਹ ਤਾਂ ਇੱਕ ਟੀਮ ਵਰਕ ਹੈ। ਤੁਸੀਂ ਸਾਰੇ ਰਲ ਕੇ ਕੁਛ ਕਰ ਸਕਦੇ ਹੁੰਦੇ ਆ। ਅਤੇ ਅੱਜ ਦੇ ਤੁਹਾਡੇ ਸਾਹਮਣੇ ਤਾਂ ਕਿ ਵੀ ਗੱਲ ਇਹ ਥੋੜ੍ਹੀ ਜਿਹੀ ਹਾਈਲਾਈਟ ਹੋਵੇ, ਆਉਣ ਦਾ ਵੀ ਕਾਰਨ ਇਹੀ ਸੀਗਾ ਕਿ ਤੁਸੀਂ ਇਸ ਸਿਧਾਂਤ ਨੂੰ ਥੋੜ੍ਹਾ ਹੋਰ ਅੱਗੇ ਡੂੰਘਾਈ ਦੇ ਵਿੱਚ ਲੈ ਕੇ ਜਾਓ। ਇੰਨੀਆਂ ਗੱਲਾਂ ਦੇ ਨਾਲ ਮੈਂ ਜੇ ਕੋਈ ਇੱਧਰ ਉੱਧਰ ਦੀ ਗੱਲ ਕਹੀ ਗਈ ਹੋਵੇ ਤਾਂ ਮਾਫ਼ ਕਰਨਾ, ਮਿਹਰਬਾਨੀ ਸਾਰਿਆਂ ਦੀ।